ਸਤਿ ਸ਼੍ਰੀ ਅਕਾਲ। ਇਹੀ ਸਿਆਸਤ ਹੈ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨ ਬੇਦੀ ਤੇ ਗੱਲਬਾਤ ਕਰਾਂਗੇ ਅੱਜ ਕਾਂਗਰਸ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ। ਪਹਿਲਾਂ ਕਿਆਸ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਮਿਲੇਗੀ ਜਾਂ ਨਹੀਂ ਮਿਲੇਗੀ, ਉਸ ਤੋਂ ਬਾਅਦ ਪ੍ਰਧਾਨਗੀ ਵੀ ਮਿਲ ਗਈ, ਪਰ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਤੇਵਰ ਨੇ, ਜਿਹਨੂੰ ਕਹਿ ਲਈਏ ਕਿ ਬਾਗੀ ਤੇਵਰ ਨੇ, ਉਹ ਅਜੇ ਵੀ ਨਜ਼ਰ ਆ ਰਹੇ ਨੇ। ਜਿਸ ਤਰ੍ਹਾਂ ਦੀਆਂ ਤਕਰੀਰਾਂ ਉਹ ਮੰਚ ਦੇ ਉੱਤੋਂ ਕਰਦੇ ਨੇ ਔਰ ਜਿਸ ਤਰ੍ਹਾਂ ਦੇ ਸਵਾਲ ਆਪਣੀ ਹੀ ਸਰਕਾਰ ਦੇ ਉੱਤੇ ਚੁੱਕਦੇ ਨੇ, ਸਰਕਾਰ ਦੇ ਵਿੱਚ ਐਡੇ ਵੱਡੇ ਅਹੁਦੇ ਤੇ ਰਹਿੰਦੇ ਹੋਏ। ਔਰ ਇਸ ਤੋਂ ਇਲਾਵਾ ਚਾਹੇ ਉਹ ਮੀਟਿੰਗਾਂ ਦੀ ਗੱਲ ਹੋਵੇ, ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਿਹੜਾ ਦਿੱਲੀ ਦਰਬਾਰ ਤੱਕ ਪਹੁੰਚਣ ਦੀ ਗੱਲ ਹੋਵੇ, ਸੋਨੀਆ ਗਾਂਧੀ ਨਾਲ ਮੁਲਾਕਾਤ ਦੀ ਗੱਲ ਹੋਵੇ, ਤਾਂ ਕਈ ਤਰ੍ਹਾਂ ਦੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ, ਗੱਲਬਾਤ ਕਰਾਂਗੇ। ਸਾਡੇ ਨਾਲ ਵਰਚੁਅਲ ਢੰਗ ਦੇ ਨਾਲ ਸਾਰੇ ਮਹਿਮਾਨ ਜੁੜੇ ਹੋਏ ਨੇ। ਇਕਬਾਲ ਸਿੰਘ ਗਿੱਲ ਨੇ ਸਾਡੇ ਨਾਲ, ਐਡਵੋਕੇਟ ਇਕਬਾਲ ਸਿੰਘ ਗਿੱਲ ਬੁਲਾਰੇ ਨੇ ਸ਼੍ਰੋਮਣੀ ਅਕਾਲੀ ਦਲ ਦੇ। SS ਚੰਨੀ ਨੇ, ਪੰਜਾਬ ਭਾਜਪਾ ਦੇ ਆਗੂ ਨੇ, ਸੀਨੀਅਰ ਔਰ ਸਾਬਕਾ IAS ਅਧਿਕਾਰੀ ਨੇ। ਤੇ ਨਰਿੰਦਰ ਸਿੰਘ ਸੰਧੂ ਨੇ ਸਾਡੇ ਨਾਲ, ਸੀਨੀਅਰ ਕਾਂਗਰਸੀ ਆਗੂ ਨੇ, ਬੜੀ ਬੇਬਾਕੀ ਦੇ ਨਾਲ ਰਾਏ ਰੱਖਦੇ ਨੇ ਔਰ तमाम ਸਵਾਲਾਂ ਦੇ ਜਵਾਬ ਪੁੱਛਾਂਗੇ। ਤੇ ਸਭ ਤੋਂ ਪਹਿਲਾਂ ਮਹਿਮਾਨਾਂ ਦਾ ਸਵਾਗਤ ਹੈ ਜੀ ਸਾਡੇ ਨਾਲ ਜੁੜਨ ਦੇ ਲਈ। ਔਰ ਸਵਾਲ ਪਹਿਲਾ ਸੰਧੂ ਸਾਹਿਬ ਨੂੰ ਹੈ। ਸੰਧੂ ਸਾਹਿਬ, ਕਾਂਗਰਸ ਦੇ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਔਰ ਇਹ ਕਿਆਸ ਸੀਗੇ, ਮੰਨਿਆ ਜਾ ਰਿਹਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਦੇ ਹੱਥ ਪ੍ਰਧਾਨਗੀ ਆਏਗੀ ਤਾਂ ਚੀਜ਼ਾਂ ਸਹੀ ਹੋ ਜਾਣਗੀਆਂ, ਪਰ ਨਵਜੋਤ ਸਿੰਘ ਸਿੱਧੂ ਹੁਣ ਲਗਾਤਾਰ ਬਿਲਕੁਲ ਉਸੇ ਅੰਦਾਜ਼ ਦੇ ਵਿੱਚ ਫਰੰਟ ਫੁੱਟ ਤੇ ਆ ਕੇ ਆਪਣੀ ਹੀ ਸਰਕਾਰ ਤੇ ਸਵਾਲ ਦਾਗ ਰਹੇ ਨੇ। ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਦੇਖੋ ਗਗਨ ਜੀ, ਗੱਲ ਇਹ ਹੈ ਵੀ ਤੁਸੀਂ ਕਿਹਾ ਕਿ ਨਵਜੋਤ ਸਿੰਘ ਸਿੱਧੂ, ਤੁਸੀਂ ਆਪਣੀ ਵੱਲੋਂ ਰਾਏ ਵੀ ਦਿੱਤੀ ਵੀ ਪ੍ਰਧਾਨ ਬਣਨ ਦੇ ਵਿੱਚ ਵੀ ਕਈ ਕੁਝ ਹੋਇਆ। ਚਲੋ, ਆਫਟਰ ਆਲ ਨਵਜੋਤ ਸਿੰਘ ਸਿੱਧੂ ਸਾਡੇ ਕਾਂਗਰਸ ਦੇ ਪ੍ਰਧਾਨ ਬਣ ਗਏ। ਪ੍ਰਧਾਨ ਬਣਨ ਤੋਂ ਬਾਅਦ ਉਹਨਾਂ ਨੇ ਬੜੇ ਸੋਹਣੇ ਤੇ ਸੁਚੱਜੇ ਫੈਸਲੇ ਲਏ। ਹਰ ਇੱਕ ਵਰਕਰ ਨਾਲ ਮਿਲੇ, ਹਰ ਇੱਕ ਵਿਧਾਇਕ ਨਾਲ ਮਿਲੇ, ਹਰ ਇੱਕ ਵਰਗ ਦੇ ਲੋਕਾਂ ਨਾਲ ਮਿਲੇ, ਆਪਣੇ ਹਲਕੇ ਦੇ ਵਿੱਚ ਵੀ ਗਏ ਔਰ ਅਗਾਂਹ ਵਧੂ ਸੋਚ ਵਾਸਤੇ ਉਹ ਤੁਹਾਨੂੰ ਪਤਾ ਸ਼ੁਰੂ ਤੋਂ ਮੰਨੇ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਕਿਸੇ ਚੀਜ਼ ਦੀ ਲੋਭ, ਕਿਸੇ ਚੀਜ਼ ਦਾ ਕੋਈ ਲਾਲਚ ਨਹੀਂਗਾ। ਉਹਨਾਂ ਨੇ ਸਿਰਫ ਇੱਕੋ ਹੀ, ਅੱਜ ਕੱਲ ਵੀ ਸਾਡੇ ਇੱਥੇ ਨਾਰਥ ਪੂਰਬੀ ਹਲਕੇ ਦੇ ਵਿੱਚ ਉਹਨਾਂ ਨੇ ਆਪਣੇ ਕਨਸਟੀਚਿਊਂਸੀ ਦੇ ਵਿੱਚ ਤਕਰੀਬਨ 22-23 ਕਰੋੜ ਰੁਪਏ ਦੇ ਕੰਮ ਉਹਨਾਂ ਨੇ ਆਪਣੇ ਸ਼ੁਰੂ ਕਰਾਏ ਔਰ ਉਹਨਾਂ ਨੇ ਉੱਥੇ ਕਿਹਾ ਭਈ ਮੈਂ ਸਿਰਫ ਪੰਜਾਬ ਵਾਸਤੇ ਆ, ਸਿਰਫ ਪੰਜਾਬ ਵਾਸਤੇ, ਖਾਸ ਤੌਰ ਤੇ ਅੰਮ੍ਰਿਤਸਰ ਵਾਸਤੇ। ਦੇਖੋ, ਸੱਚਾ ਸੁੱਚਾ ਇਨਸਾਨ ਆ, ਕਿਸੇ ਚੀਜ਼ ਦਾ ਲੋਭ ਨਹੀਂ, ਕਿਸੇ ਚੀਜ਼ ਦਾ ਕੋਈ ਲਾਲਚ ਨਹੀਂ। ਪਰ ਲੋਭ ਤੇ ਲਾਲਚ ਵਾਲੀ ਗੱਲ ਨਹੀਂ ਤੁਸੀਂ ਕਹਿ ਸਕਦੇ ਸੰਧੂ ਸਾਹਿਬ। ਜਿੰਨੀ ਜੱਦੋਜਹਿਦ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਅਹੁਦਾ ਪਾਉਣ ਦੇ ਲਈ ਕੀਤੀ ਗਈ ਆ, ਸੇਵਾ ਜੇ ਲੋਕਾਂ ਦੀ ਕਰਨੀ ਹੈ ਤਾਂ ਬਹੁਤ ਤਰੀਕੇ ਨੇ। ਬਿਜਲੀ ਮਹਿਕਮਾ ਲੈ ਕੇ ਵੀ ਕੀਤੀ ਜਾ ਸਕਦੀ ਸੀ ਸੇਵਾ। ਗਗਨ ਜੀ ਦੇਖੋ, ਲੋਭ ਲਾਲਚ ਕਈ ਕਿਸਮ ਦਾ ਹੁੰਦਾ। ਜੇ ਤੁਸੀਂ ਇਹਨੂੰ ਪਦ ਦਾ ਲੋਭ ਲਾਲਚ ਕਹੋਗੇ ਤੇ ਮੈਂ ਲਾਲਚ ਨਹੀਂ ਮੰਨਦਾ। ਲਾਲਚ ਅੱਜ ਕੱਲ ਤੁਹਾਨੂੰ ਪਤਾ ਪਦਾਰਥਾਂ ਦੀ ਯੁੱਗ ਆ, ਜ਼ਿਆਦਾ ਲੋਕਾਂ ਨੂੰ ਹਵਸ ਪੈਸੇ ਦੀ ਆ, ਬਹੁਤ ਜ਼ਿਆਦਾ ਭਾਈ ਤੁਹਾਡੇ। ਪਰ ਉਹਨਾਂ ਨੂੰ ਮੈਨੂੰ ਲੱਗਦਾ ਕਿਸੇ ਚੀਜ਼ ਦੀ ਕੋਈ ਖਾਸ ਲੋੜ ਨਹੀਂ ਗੀ, ਕਿਉਂਕਿ ਉਹਨਾਂ ਕੋਲ ਸੱਤਾ ਦਾ ਦਿੱਤਾ ਬਥੇਰਾ। ਪਰ ਸੰਧੂ ਸਾਹਿਬ, ਇੱਕ ਗੱਲ ਇਹ ਵੀ ਹੈ ਨਾ ਗੱਲ, ਅਹੁਦੇ ਤੋਂ ਬਾਅਦ ਹੀ ਜਿਹੜੀ ਪੈਸਾ ਵੀ ਬਣ ਜਾਂਦਾ, ਅਹੁਦੇ ਦੇ ਨਾਲ ਹੀ ਹੈ ਸਭ ਕੁਝ। ਚਲੋ ਆਪਾਂ ਉਹ ਲੰਮੀ ਚੀਜ਼ ਦੇ ਵਿੱਚ ਨਹੀਂ ਪੈਂਦੇ। ਮੈਂ ਵਾਪਸ ਤੁਹਾਡੇ ਕੋਲ ਆਵਾਂਗਾ। ਆਪਾਂ ਗਿੱਲ ਸਾਹਿਬ ਵੀ ਨਾਲ ਨੇ। ਗਿੱਲ ਸਾਹਿਬ, ਜਿਸ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ ਮੰਚ ਦੇ ਉੱਤੋਂ, ਨਵਜੋਤ ਸਿੰਘ ਸਿੱਧੂ ਇਹ ਚੀਜ਼ ਕਹਿੰਦੇ ਨੇ ਕਿ ਬਿਜਲੀ ਹੈ ਜਿਹੜੀ ਉਹ 3 ਰੁਪਏ ਤੋਂ ਲੈ ਕੇ 5 ਰੁਪਏ ਤੱਕ ਮਿਲੇਗੀ। ਕਿਉਂ ਪੰਜਾਬ ਵਾਸੀ 10 ਰੁਪਏ ਦੀ ਬਿਜਲੀ ਖਰੀਦਣ? ਜਾਂ ਚਲੋ ਅਕਾਲੀ ਦਲ ਦੇ ਉੱਤੇ ਤਾਂ ਸਿੱਧੇ ਤੌਰ ਤੇ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਕਹਿੰਦੇ ਨੇ ਕਿ ਫੜ ਕੇ ਅੰਦਰ ਦੇ ਦੇਣੇ ਆ, ਇਹ ਕਰ ਦੇਣਾ, ਉਹ ਕਰ ਦੇਣਾ। ਪਰ ਸਵਾਲ ਵੱਡਾ ਇਹ ਵੀ ਹੈ ਕਿ ਹੁਣ ਵੀ ਤਾਂ ਸਰਕਾਰ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਹੋਈ ਹੈ, ਕਾਂਗਰਸ ਦੀ ਸਰਕਾਰ ਹੈ, ਕਾਂਗਰਸ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ, ਤਾਂ ਹੁਣ ਕਿਉਂ ਨਹੀਂ ਚੀਜ਼ਾਂ ਕੀਤੀਆਂ ਜਾ ਸਕਦੀਆਂ? ਉਹ ਕਹਿ ਰਹੇ ਕਿ ਅਗਲੀ ਵਾਰ ਜੇ ਸਰਕਾਰ ਬਣੀ ਤਾਂ ਇਦਾਂ ਕਰਾਂਗੇ। ਇਹ ਚੀਜ਼ਾਂ ਤਾਂ ਮੈਨੂੰ ਲੱਗਦਾ ਕਿ ਤਾਂ ਕਹਿਣੀਆਂ ਬਣਦੀਆਂ ਸੀ ਜੇ ਸਰਕਾਰ ਅਕਾਲੀ ਦਲ ਦੀ ਹੁੰਦੀ ਜਾਂ ਕਿਸੇ ਹੋਰ ਪਾਰਟੀ ਦੀ ਹੁੰਦੀ। ਗੱਲ ਇਹ ਹੈ ਜੀ ਬਈ ਸਿੱਧੂ ਸਾਹਿਬ ਜਦੋਂ ਦੇ ਸਿਆਸਤ ਦੇ ਵਿੱਚ ਸਟਾਰਟ ਹੋਏ ਨੇ, ਨਾ ਇਸ ਬੰਦੇ ਦਾ ਕੋਈ ਸਟੈਂਡ, ਨਾ ਇਸ ਬੰਦੇ ਦਾ ਕੋਈ ਡਿਸਪਲਿਨ, ਨਾ ਇਸ ਬੰਦੇ ਨੂੰ ਕਿਸੇ ਦਾ ਕੋਈ ਅਹਿਸਾਨ। ਜਦੋਂ ਇਹ ਬੀਜੇਪੀ ਚ ਆਏ ਉਸ ਵਕਤ ਇਹਨਾਂ ਵਾਸਤੇ ਕਾਂਗਰਸ ਪ੍ਰੈਜ਼ੀਡੈਂਟ ਮੁੰਨੀ ਸੀ, ਉਹਨਾਂ ਦਾ ਜਿਹੜਾ ਜਨਰਲ ਸੈਕਟਰੀ ਸੀ ਉਹ ਪੱਪੂ ਸੀ। ਜਦੋਂ ਇਹ ਕਾਂਗਰਸ ਚ ਆ ਗਏ ਉਸ ਤੋਂ ਬਾਅਦ ਉਹ ਮੰਮੀ ਬਣ ਗਈ, ਉਹ ਉਹਨਾਂ ਦਾ ਵੱਡਾ ਭਰਾ ਬਣ ਗਿਆ, ਉਹ ਭੈਣ ਬਣ ਗਈ, ਬੀਜੇਪੀ ਬੁਰੀ ਪਾਰਟੀ ਬਣ ਗਈ। ਜਦੋਂ ਇਹ ਜਿਹੜਾ ਇਹ ਕਹਿੰਦੇ ਨੇ ਇਹਨਾਂ ਨੂੰ ਕਿਸੇ ਕਿਸਮ ਦਾ ਲਾਲਚ ਨਹੀਂ, ਲਾਲਚ ਕੰਮ ਹੀ ਕੋਈ ਨਹੀਂ ਇਹਨਾਂ ਨੂੰ। ਇਹਨਾਂ ਨੇ ਲਾਲਚ ਫੜਿਆ ਸੀ ਮੁੱਖ ਮੰਤਰੀ ਬਣਨ ਦਾ, ਉਹਦੇ ਲਈ ਇਹਨਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਸਾਜ਼ਿਸ਼ਾਂ ਕੀਤੀਆਂ। ਉਹਦੇ ਲਈ ਇਹਨਾਂ ਨੂੰ ਪਾਰਟੀ ਨੇ ਸਿਰਫ ਪ੍ਰਧਾਨਗੀ ਤੱਕ ਦੇ ਕੇ ਟਿਕਾ ਦਿੱਤਾ।
ਅਲਟੀਮੇਟਲੀ ਟਿਕੇ ਨਹੀਂ। ਇਹ ਕਿਸੇ ਡਿਸਪਲਿਨ 'ਚ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ, ਵੱਜਣ ਵਾਲੇ ਨਹੀਂ ਹੈਗੇ। ਇਹ ਅਜੇ ਨਾ ਰੁਕੇ ਆ ਤੇ ਨਾ ਇਹਨਾਂ ਨੇ ਰੁਕਣਾ। ਇਹ ਜਿੰਨਾ ਚਿਰ ਤੱਕ ਇਹਨਾਂ ਨੂੰ ਮੰਜ਼ਿਲ ਮਿਲਦੀ ਨਹੀਂ, ਮੁੱਖ ਮੰਤਰੀ ਉਹ ਨਾ ਕਿਸੇ ਨੇ ਬਣਾਉਣਾ, ਨਾ ਇਹਨਾਂ ਨੂੰ ਪਬਲਿਕ ਨੇ, ਪੰਜਾਬ ਦੀ ਨੇ ਐਕਸੈਪਟ ਕਰਨਾ, ਨਾ ਇਹਨਾਂ ਨੂੰ ਕਿਸੇ ਨੇ ਬਣਾਉਣਾ। ਇਸ ਲਈ ਇਹਨਾਂ ਦੀ ਮੰਜ਼ਿਲ ਆਵੇ ਤੇ ਨਾ ਇਹਨਾਂ ਦੀ ਲੜਾਈ ਖਤਮ ਹੋਵੇ। ਤੇ ਇਹ ਜਿਹੜੇ ਹੈਗੇ ਨੇ ਅੱਜ, ਜਿਹੜੀ ਇਹ ਅੱਜ ਵੀ ਮੀਟਿੰਗਾਂ ਕਰਦੇ ਨੇ, ਇਹ ਜਿਹੜੇ ਕਹਿੰਦੇ ਨੇ ਅਸੀਂ ਫੜ ਕੇ ਅੰਦਰ ਦੇ ਦਾਂਗੇ, ਇਹਦਾ ਬਥੇਰਾ ਚਿਰ ਦਾ ਬਥੇਰਾ ਕੁਝ ਕਹਿੰਦੇ ਨੇ, ਇਹ ਅੰਦਰ ਦੇ ਕੇ ਇਹਨਾਂ ਦੇ ਫੜੇ ਹੋਏ ਤਾਂ ਬੜੇ ਅੰਦਰ ਹੋਏ ਨੇ ਅਜੇ ਤੱਕ। ਲੇਕਿਨ ਇੱਕ ਗੱਲ ਹੈ ਇਹਨਾਂ ਦੇ ਵਿੱਚ, ਇਹ ਆ ਗੱਲ ਵੀ ਕਹਿਣੀ ਤੇ ਕਰਨੀ ਤਾਂ ਕਦੇ ਇੱਕ ਹੋਈ ਨਹੀਂ ਨਾ ਇਸ ਬੰਦੇ ਦੀ। ਇਹ ਕਹਿੰਦਾ ਕੁਛ ਆ, ਕਰਦਾ ਕੁਛ ਹੈ। ਹੁਣ ਕੈਪਟਨ ਸਾਹਿਬ ਨਾਲ ਇਹਨਾਂ ਨੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ, ਹਾਈ ਕਮਾਂਡ ਨੇ, ਕਿ ਇਹਨੂੰ ਪ੍ਰਧਾਨਗੀ ਦੇ ਦਿਓ, ਸਮਝੌਤਾ ਕਰ ਜੂ। ਲੇਕਿਨ ਕਿੱਥੇ ਹੁੰਦਾ ਇਹ ਬੰਦਾ ਤਾਂ ਕਿਸੇ ਡਿਸਪਲਿਨ ਦੇ ਵਿੱਚ ਬੱਚਾ ਹੀ ਨਹੀਂ। ਇਸ ਵਕਤ ਆਪਣੀ ਸਰਕਾਰ ਦੀ ਕਰੀ ਜਾਂਦਾ ਨਿੰਦਾ। ਇਸ ਲਈ ਜੇ ਇਹ ਕਹਿੰਦਾ ਕਿ ਪਾਰਟੀ ਜਿਹੜੀ ਸਾਡੀ ਪਾਰਟੀ ਦੇ ਕੀਤੇ ਹੋਏ ਨੇ ਐਗਰੀਮੈਂਟ ਬਿਜਲੀ ਵਾਲੇ, ਉਹਨਾਂ ਦੀ ਇਹ ਗੱਲ ਕਰਦਾ ਹੈ ਕਿ ਉਹਨਾਂ ਨੂੰ ਖਤਮ ਕਰ ਦਿੱਤਾ ਜਾਵੇ। ਉਹਨਾਂ ਦਾ ਇਹ ਕਦੇ ਦੱਸਿਆ ਵੀ ਉਹਨਾਂ ਦਾ ਆਲਟਰਨੇਟਿਵ ਕੀ ਆ? ਕਦੇ ਦੱਸਿਆ ਇਹਨੇ ਵੀ ਜਿਹੜੇ ਸਰਕਾਰੀ ਪਲਾਂਟ ਨੇ, ਉਹਨਾਂ ਦਾ ਜਦੋਂ ਉਹ ਖੜੇ ਹੁੰਦੇ ਨੇ, ਜਦੋਂ ਬਿਜਲੀ ਨਹੀਂ ਦਿੰਦੇ ਹੁੰਦੇ, ਜਿਹਨੂੰ ਆਪਾਂ ਰੇਟ ਕਹਿੰਦੇ ਆ, ਉਹ ਐਵਰੇਜ ਵਾਲਾ, ਉਹ ਕੀ ਦਿੱਤਾ ਜਾਂਦਾ, ਤੇ ਜਿਹੜੇ ਸਾਡੇ ਵਾਲੇ ਐਗਰੀਮੈਂਟ ਨੇ ਉਹਨਾਂ 'ਚ ਰੇਟ ਕੀ ਦਿੱਤਾ ਜਾਂਦਾ, ਕੀ ਕਰਦੇ ਇਹਨਾਂ ਨੇ ਕਲੇ ਕਲੀਅਰ ਕੀਤੀ ਆ। ਇਹ ਸਿਰਫ ਨਵਜੋਤ ਸਿੰਘ ਸਿੱਧੂ ਦਾ ਗਿੱਲ ਸਾਹਿਬ ਕਹਿੰਦੇ ਕਿ ਪੁਰਾਣੀ ਸਰਕਾਰ ਸਮਝੌਤੇ ਕਰ ਰਹੀ, ਉਹਦਾ ਹੀ ਸਾਨੂੰ ਭੁਗਤਾਨ ਕਰਨਾ ਪੈ ਰਿਹਾ। ਉਹ ਜਿਹੜੇ ਸਰਕਾਰੀ ਪਲਾਂਟ ਨੇ, ਜਦੋਂ ਉਹ ਖੜੇ ਹੁੰਦੇ ਨੇ, ਉਹਨਾਂ ਦੀ ਵੀ ਐਵਰੇਜ ਰਿਮਾਂਡ ਦੇਣਾ ਪੈਂਦਾ। ਉਹ ਇਸ ਤੋਂ ਹਾਈ ਆ ਜਿਹੜੇ ਸਾਡੇ ਵਾਲੇ। ਸਾਡਾ 3.86 ਪੈਸੇ ਆ, ਜਿਹੜੇ ਸਰਕਾਰ ਦੇ ਚੱਲਦੇ ਰਹੇ ਨੇ ਯੂਨਿਟ, ਉਹ 4 ਰੁਪਏ ਸੀ ਐਵਰੇਜ ਉਹਨਾਂ ਦੀ। ਇਸ ਕਰਕੇ ਜੇ ਤੁਹਾਨੂੰ ਕੋਈ ਪਤਾ ਹੋਵੇ ਤਾਂ ਹੀ ਆ। ਇਹ ਸਿਰਫ ਗੱਲਾਂ ਕਰਨ ਜਾਣਦਾ, ਕੰਮ ਤਾਂ ਇਹਨੂੰ ਕੀਤਾ ਹੀ ਨਹੀਂ। ਪਾਰਲੀਮੈਂਟ ਦਾ ਮੈਂਬਰ ਬਣਿਆ, ਕੋਈ ਕੰਮ ਨਹੀਂ ਕੀਤਾ। ਜਦੋਂ ਇਹ 2 ਸਾਲ ਕਾਂਗਰਸ ਦੇ ਵਿੱਚ ਮੰਤਰੀ ਰਿਹਾ, ਕੋਈ ਕੰਮ ਨਹੀਂ ਕੀਤਾ। ਇਹਨੂੰ ਸਵਾਏ ਲੜਨਾ ਪਿੜਨਾ, ਜੇ ਕਿਸੇ ਕਮਾਂਡ 'ਚ ਨਾ ਰਹਿਣਾ, ਕਿਸੇ ਡਿਸਪਲਿਨ 'ਚ ਨਾ ਰਹਿਣਾ, ਆਹੀ ਕੁਛ ਹੁੰਦਾ। ਚਲੋ ਠੀਕ ਹੈ। ਅੱਛਾ ਚੰਨੀ ਸਾਹਿਬ, ਤੁਸੀਂ ਪ੍ਰਸ਼ਾਸਨਿਕ ਕੰਮਾਂ ਨੂੰ ਬਹੁਤ ਬਿਹਤਰ ਸਮਝਦੇ ਹੋ, ਬਹੁਤ ਚੀਜ਼ਾਂ ਮੈਨੂੰ ਲੱਗਦਾ ਕਿ ਜ਼ਿਆਦਾ ਤੁਹਾਨੂੰ ਪਤਾ ਨੇ, ਜਿਸ ਲੈਵਲ ਤੇ ਤੁਸੀਂ ਅਧਿਕਾਰੀ ਰਹੇ ਹੋ। ਚੰਨੀ ਸਾਹਿਬ, ਜੋ ਚੀਜ਼ਾਂ ਚੱਲਦੀਆਂ ਪਈਆਂ ਨੇ, ਨਵਜੋਤ ਸਿੰਘ ਸਿੱਧੂ ਵਰਸਸ ਜਿਹੜੀਆਂ ਚੀਜ਼ਾਂ ਹੋਈਆਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਇੱਕ ਸਮੇਂ ਤੇ ਲੱਗਿਆ ਕਿ ਸ਼ਾਇਦ ਸਭ ਕੁਝ ਸਹੀ ਹੋ ਜਾਏ, ਪਰ ਹੁਣ ਜਿਵੇਂ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਜੇਕਰ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਤਾਂ MLA ਕਰ ਦੇਣਗੇ। ਇੱਕ ਤਰ੍ਹਾਂ ਦੇ ਨਾਲ ਇਹ ਵੀ ਚੀਜ਼ਾਂ ਨੇ ਕਿ ਉਹ ਆਪਣੀ ਸ਼ਕਤੀ ਪ੍ਰਦਰਸ਼ਨ ਵੀ ਦਿਖਾ ਰਹੇ ਨੇ ਕਿ ਜੇਕਰ ਮੇਰੇ ਨਾਲ MLA ਵੀ ਹੈਗੇ ਨੇ ਔਰ ਬਿਜਲੀ ਦਾ ਮੁੱਦਾ ਹੈਗਾ। ਇੱਕ ਚੀਜ਼ ਇਹ ਕਹਿਣੀ ਸਰਕਾਰ ਦੇ ਹੁੰਦੇ ਹੋਏ ਕਿ ਅਸੀਂ ਅਗਲੀ ਵਾਰੀ ਜੇ ਸਾਡੀ ਸਰਕਾਰ ਆਉਂਦੀ ਹੈ, ਅਸੀਂ 3 ਰੁਪਏ ਬਿਜਲੀ ਦੇਵਾਂਗੇ, ਜਦਕਿ ਸਰਕਾਰ ਉਹਨਾਂ ਦੀ ਆਪਣੀ ਹੈ। ਹੁਣ ਵੀ ਚੀਜ਼ਾਂ ਹੋ ਸਕਦੀਆਂ, ਹੁਣ ਵੀ ਐਗਜ਼ਾਮਪਲ ਸੈੱਟ ਹੋ ਸਕਦੀ ਹੈ। ਸਭ ਤੋਂ ਪਹਿਲਾਂ ਤਾਂ ਮੈਨੂੰ, ਤੁਹਾਨੂੰ, ਮੇਰੇ ਕੋ ਪੈਨਲਿਸਟ ਔਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗਗਨ ਜੀ, ਮੈਂ ਇਹ ਕਹਿਣਾ ਚਾਹੁੰਦਾ ਕਿ ਬਹੁਤ ਹੀ ਮੰਦਭਾਗਾ ਟਾਈਮ ਪੰਜਾਬ ਵਾਸਤੇ ਔਰ ਪੰਜਾਬ ਦੀ ਸਰਕਾਰ ਵਾਸਤੇ, ਔਰ ਇਹ ਦੇਣ ਹੈਗੀ ਹੈ ਜਿਹੜੀ ਕਾਂਗਰਸ ਦੀ ਨੈਸ਼ਨਲ ਲੈਵਲ ਦੀ ਹਾਈ ਕਮਾਂਡ। ਉਹ ਕੀ ਕਰ ਰਹੀ ਹੈ? ਇੱਕ ਤਾਂ ਪਰਿਵਾਰਕ ਸਿਸਟਮ ਹੈ, ਸ਼ੁਰੂ ਤੋਂ ਪਰਿਵਾਰਕ ਰਿਹਾ। ਉਹ ਪਰਿਵਾਰ ਵੀ ਹੁਣ ਬਟਿਆ ਹੋਇਆ, ਉਹ ਪਰਿਵਾਰ ਦੀ ਵੀ ਇੱਕ ਸੁਰ ਨਹੀਂ। ਕੈਪਟਨ ਸਾਹਿਬ ਜਾ ਕੇ ਸ਼ਿਕਾਇਤਾਂ ਲਾਉਂਦੇ ਨੇ, ਮੈਡਮ ਸੋਨੀਆ ਗਾਂਧੀ ਨੂੰ ਮਿਲਦੇ ਨੇ। ਇਹ ਚਹੇਤੇ ਹੈਗੇ ਨੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਜੀ ਦੇ। ਉਹ ਇਹਨੂੰ ਚੱਕੀ ਜਾਂਦੇ ਨੇ। ਪਹਿਲਾਂ ਆਪਾਂ ਸੋਚ ਰਹੇ ਸੀ ਵੀ ਜੇ ਪ੍ਰਧਾਨ ਬਣ ਗਏ ਤਾਂ ਸ਼ਾਇਦ ਕੋਈ ਗੱਲ ਸਿਰੇ ਲੱਗੇਗੀ, ਵੀ ਕੋਆਰਡੀਨੇਸ਼ਨ ਹੋ ਜਾਏਗੀ ਪ੍ਰੋਪਰ ਪਾਰਟੀ ਦੀ ਵੀ ਤੇ ਗਵਰਨਮੈਂਟ ਦੀ ਵੀ। ਉਹ ਪ੍ਰਧਾਨ ਲੱਗ ਗਏ। ਫਿਰ ਇਹਨਾਂ ਨੇ 4 ਵਰਕਿੰਗ ਪ੍ਰੈਜ਼ੀਡੈਂਟ ਨਾਲ ਲਾ ਲਏ। ਅੱਛਾ, ਉਹ ਵੀ ਕੰਡਮ ਕਰਤੇ। ਹੁਣ 4 ਐਡਵਾਈਜ਼ਰ ਲਾ ਲਏ। ਇੱਕ ਤਾਂ ਜਵਾਬ ਦੇ ਗਏ ਵਿੱਚੋਂ, ਇੱਕ ਦਾ ਜਵਾਬ ਦੇ ਗਏ। 3 ਅਜੇ ਹੈਗੇ ਨੇ, ਉਹਨਾਂ ਦੀਆਂ ਵੀ ਬੜੀਆਂ ਵੀਡੀਓ ਚੱਲ ਰਹੀਆਂ ਨੇ, ਜੋ ਪੁਰਾਣੇ ਉਹਨਾਂ ਦੇ ਫੇਸਬੁੱਕ ਤੇ ਉਹਨਾਂ ਨੇ ਲਿਖਿਆ ਕੀਤਾ ਹੈਗਾ, ਤੇ ਜੋ ਸਲਾਹ ਦਿੰਦੇ ਨੇ ਉਹ ਕੈਪਟਨ ਸਾਹਿਬ ਨੂੰ ਵੀ ਹੁਣ ਤੁਸੀਂ ਭਰਿਆ ਮੇਲਾ ਛੱਡ ਜਾਓ। ਤੇ ਕੱਲ ਇਹਨਾਂ ਨੇ ਇੱਕ ਵੀਡੀਓ ਵੀ ਪਾਈ ਸੀ, ਅੰਮ੍ਰਿਤਸਰ ਦੀ ਤਕਰੀਰ ਸੀ। ਉਹਦੇ ਵਿੱਚ ਇਹ ਕਹਿੰਦੇ ਆ ਵੀ ਜਾਂ ਟਾਂਡਿਆਂ ਵਾਲੀ ਹੈ ਨਹੀਂ ਤੇ ਜਾਂ ਭਾਂਡਿਆਂ ਵਾਲੀ ਹੈ ਨਹੀਂ। ਜਿਹੜੀ ਐਗਜ਼ਾਮਪਲ ਦਿੱਤੀ ਉਹ ਪੂਰੀ ਠੀਕ ਨਹੀਂ ਸੀਗੀ। ਉਹ ਮੈਂ ਦੱਸਦਾ ਵੀ ਇੱਕ ਕਿਸਾਨ ਦੀਆਂ 2 ਬੇਟੀਆਂ ਸੀਗੀਆਂ। ਇੱਕ ਉਹਨੇ ਜ਼ਿਮੀਂਦਾਰਾਂ ਦੇ ਵਿਆਹ ਦੀ, ਇੱਕ ਉਹਨੇ ਘੁਮਿਆਰਾਂ ਦੇ ਵਿਆਹ ਦੀ।
ਇਹ ਕਿਸੇ ਹੋਰ ਨਾਂ ਲੈ ਕੇ ਕਹਿ ਰਹੇ ਸੀ ਤੇ ਉਹ ਕਹਿੰਦੇ ਵੀ ਚਲੋ ਪਤਾ ਕਰਿਓ ਕੁੜੀਆਂ ਦਾ ਕੀ ਹਾਲ ਹੈ। ਤੇ ਜਿਹੜੀ ਟਾਂਡੇ ਵਾਲੀ ਸੀ ਉਹ ਖੇਤੀਬਾੜੀ ਕਰਦੀ ਸੀ ਤੇ ਖੇਤੀ ਸੁੱਕ ਰਹੀ ਸੀ, ਕਹਿੰਦੀ ਜੇ ਮੀਂਹ ਨਾ ਪਿਆ ਤਾਂ ਮੈਂ ਹੈ ਨਹੀਂ। ਜਦੋਂ ਉਹ ਘੁਮਿਆਰਾਂ ਦੇ ਜਿਹੜੀ ਵਿਆਹੀ ਸੀ ਉਹਦੇ ਗਿਆ ਤੇ ਉਹ ਕਹਿੰਦੀ ਵੀ ਸਾਡਾ ਆਵਾ ਪਾਇਆ ਹੋਇਆ, ਜੇ ਮੀਂਹ ਪੈ ਗਿਆ ਤੇ ਸਾਡਾ ਆਵਾ ਜਿਹੜਾ ਹੈਗਾ ਉਹ ਖਰਾਬ ਹੋ ਜੂ ਭਾਂਡਿਆਂ ਦਾ, ਤੇ ਫਿਰ ਮੈਂ ਹੈ ਨਹੀਂ। ਤੇ ਜਦੋਂ ਵਾਪਸ ਗਿਆ ਤੇ ਉਹਦੀ ਘਰ ਵਾਲੀ ਕਹਿੰਦੀ ਵੀ ਕੀ ਹਾਲ ਆ ਕੁੜੀਆਂ ਦਾ, ਕਹਿੰਦਾ ਉਹਨਾਂ ਇੱਕ ਹੈ ਨਹੀਂ ਗੀ। ਕਹਿੰਦੀ ਇੱਕ ਹੈ ਨਹੀਂ ਦਾ ਕੀ ਮਤਲਬ, ਕਹਿੰਦੀ ਜਾਂ ਟਾਂਡਿਆਂ ਵਾਲੇ ਨਹੀਂ ਤੇ ਜਾਂ ਭਾਂਡਿਆਂ ਵਾਲੇ ਹੈ ਨਹੀਂ, ਵੀ ਜੇ ਮੀਂਹ ਪੈ ਗਿਆ ਤਾਂ ਆ ਹੈ ਨਹੀਂ ਗੀ, ਜੇ ਨਾ ਵੀ ਪਿਆ ਤਾਂ ਜਿਹੜੀ ਜ਼ਿਮੀਂਦਾਰਾਂ ਦੇ ਘਰੇ ਆ ਉਹ ਹੈ ਨਹੀਂ। ਸੋ ਇਹਨਾਂ ਨੇ ਇੰਨਾ ਕੁ ਮਤਲਬ ਬਹੁਤ ਇਨਡਿਸਪਲਿਨ ਦੀ ਜਿਹੜੀ ਹੱਦ ਹੁੰਦੀ ਹੈ ਨਾ, ਇਹ ਕਿਸੇ ਵੀ ਪਾਰਟੀ 'ਚ ਰਹੇ ਨੇ। ਜਦੋਂ ਬੀਜੇਪੀ 'ਚ ਰਹੇ ਸੀ ਤੇ ਉਦੋਂ ਮੁੰਨੀ ਤੇ ਨਾਲੋਂ ਜ਼ਿਆਦਾ ਬਦਨਾਮ ਹੋ ਗਈ ਸੋਨੀਆ ਗਾਂਧੀ। ਪੱਪੂ ਦਾ ਨਾਂ ਦਿੱਤਾ ਰਾਹੁਲ ਗਾਂਧੀ ਜੀ ਨੂੰ ਸਰਦਾਰ ਨਵਜੋਤ ਸਿੰਘ ਸਿੱਧੂ ਨੇ। ਫਿਰ ਇਹਨਾਂ ਨੇ ਕਿਹਾ ਕਿ ਜੀ ਡਾਕਟਰ ਮਨਮੋਹਨ ਸਿੰਘ ਵਰਗਾ ਬੰਦਾ, ਜਿਹਨੂੰ ਓਬਾਮਾ ਵਰਗਾ ਪ੍ਰੈਜ਼ੀਡੈਂਟ ਵੀ ਇੰਨਾ ਸਤਿਕਾਰ ਕਰਦਾ ਹੈ, ਉਹਨੂੰ ਇਹਦੇ ਵੱਲੋਂ ਕਹਿਣਾ ਕਿ ਜੀ ਨਾ ਇਹ ਸਰਦਾਰ ਹੈ, ਨਾ ਇਹ ਅਸਰਦਾਰ ਹੈ। ਅੱਛਾ, ਫਿਰ ਇਹ ਕਾਂਗਰਸ 'ਚ ਆ ਗਏ। ਆਪਾਂ ਨੂੰ ਪਤਾ ਸਾਰਿਆਂ ਨੂੰ ਵੀਡੀਓ ਚੱਲਦੀਆਂ ਰਹਿੰਦੀਆਂ ਨੇ। ਫਿਰ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਨੇ, ਉਹ ਮੁਸਕਰੀਆਂ ਹੱਸਦੇ ਨੇ, ਕਹਿੰਦਾ ਜੀ ਇਹ ਸਰਦਾਰ ਵੀ ਨੇ ਤੇ ਇਹ ਅਸਰਦਾਰ ਵੀ ਨੇ। ਹੁਣ ਜਿਹੜੀ ਪੰਜਾਬ ਦੇ ਵਿੱਚ ਇਹਨਾਂ ਨੇ ਕਰਤਾ ਕੰਮ, ਇਹ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ। ਦੇਖੋ, ਹਾਈ ਕਮਾਂਡ ਨੂੰ ਇਹ ਚਾਹੀਦਾ ਸੀ, ਜੇ ਸਿੱਧੂ ਸਾਹਿਬ ਨੂੰ ਇੰਨੀਆਂ ਪਾਵਰਾਂ ਦੇਣੀਆਂ ਨੇ ਤੇ ਜੇ ਕੁਛ ਕਰਾਉਣਾ ਹੈਗਾ ਰਹਿੰਦੇ ਸਮੇਂ ਦੇ ਵਿੱਚ, ਪਹਿਲਾਂ ਤਾਂ ਉਹਨਾਂ ਨੇ 18 ਪੁਆਇੰਟ ਪ੍ਰੋਗਰਾਮ ਦਿੱਤਾ, ਉਹਦੇ ਇਹਨਾਂ ਨੇ 5 ਬਣਾਤੇ। 5 ਤੋਂ ਬਾਅਦ ਹੁਣ ਇਹ ਕੱਲ੍ਹ ਦੀ ਸਪੀਚ ਤੋਂ ਹੋਰ 2-3 ਚੀਜ਼ਾਂ ਨਿਕਲ ਆਈਆਂ ਨੇ। ਤੇ ਮਤਲਬ ਜਿਹੜੇ ਵਾਅਦੇ ਕਰਕੇ ਸਰਕਾਰ ਬਣੀ ਸੀ, ਲੋਕਾਂ ਦੇ 5 ਸਾਲ ਇਹਨਾਂ ਨੇ ਲਏ ਸੀ ਵੀ ਆਹ ਸਾਡਾ ਮੈਨੀਫੈਸਟੋ ਆ, ਆਹ ਅਸੀਂ ਕਰਾਂਗੇ, ਉਹ ਤੇ ਸਰਕਾਰ ਨੇ ਕੁਝ ਨਹੀਂ ਕੀਤਾ। ਚਾਹੇ ਉਹ ਬੇਅਦਬੀ ਵਾਲਾ ਮਾਮਲਾ ਹੈ, ਚਾਹੇ ਉਹ ਕਰਜ਼ਾ ਮੁਆਫੀ ਦਾ ਮਾਮਲਾ ਹੈ, ਅੱਛਾ ਚਾਹੇ ਉਹ ਠੀਕ ਹੈ। ਅੱਛਾ ਚੰਨੀ ਸਾਹਿਬ, ਇੱਕ ਚੀਜ਼ ਤੁਹਾਡੇ ਤੋਂ ਪੁੱਛਣੀ ਚਾਹੁੰਦੀ ਹਾਂ, ਥੋੜੀ ਜਿਹੀ ਇਹ ਤੋਂ ਹਟ ਕੇ ਆ। ਕਾਂਗਰਸ ਦੀ ਸਰਕਾਰ ਦੇ ਉੱਤੇ ਇਹ ਬੜੇ ਲੋਕ ਸਵਾਲ ਚੁੱਕਦੇ ਨੇ, ਵਿਰੋਧੀ ਪਾਰਟੀਆਂ ਵਾਲੇ ਚੁੱਕਦੇ ਨੇ, ਤਮਾਮ ਚੁੱਕਦੇ ਨੇ। ਪ੍ਰਤਾਪ ਸਿੰਘ ਬਾਜਵਾ ਚੁੱਕ ਚੁੱਕੇ ਨੇ। ਉਹ ਕਹਿੰਦੇ ਕਿ ਬਿਊਰੋਕ੍ਰੇਸੀ ਚਲਾ ਰਹੀ ਹੈ। ਇਹਦੇ ਬਾਰੇ ਥੋੜਾ ਜਿਹਾ ਦੱਸੋ, ਤੁਸੀਂ ਤਾਂ ਸਿਸਟਮ ਦਾ ਹਿੱਸਾ ਰਹੇ ਹੋ। ਦੇਖੋ, ਬਿਊਰੋਕ੍ਰੇਸੀ ਨੇ ਦਾ ਕੰਮ ਕਰਨਾ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ, ਪਾਲਿਸੀਜ਼ ਨੇ, ਉਹਨਾਂ ਨੂੰ ਲਾਗੂ ਕਰ। ਇਹ ਜੇ ਸਰਕਾਰ ਤੋਂ ਜੇ ਆਪਾਂ ਕਹੀਏ ਵੀ ਆਪਾਂ ਨੂੰ ਤਾਂ ਆਪਣੇ ਬੰਦੇ ਨਹੀਂ ਸੰਭਾਲੇ ਜਾ ਸਕਦੇ। ਜਿਹੜਾ ਬੰਦਾ ਮੰਨ ਲਓ ਸਰਕਾਰ ਕੋਲ ਇੰਨਾ ਪਾਵਰ ਹੁੰਦੀ ਹੈ, ਜੇ ਕੋਈ ਅਫਸਰ ਮੰਨ ਲਓ ਨਹੀਂ ਮੰਨਦਾ, ਉਹਦੀ ਟ੍ਰਾਂਸਫਰ ਕਰ ਦਿਓ। ਜੇ ਫਿਰ ਵੀ ਨਹੀਂ ਠੀਕ, ਉਹਨੂੰ ਸਸਪੈਂਡ ਕਰ ਦਿਓ। ਜੇ ਫਿਰ ਵੀ ਨਹੀਂ ਠੀਕ, ਉਹਨੂੰ ਡਿਸਮਿਸ ਕਰ ਦਿਓ। ਮਤਲਬ ਜਿਹੜਾ ਕੰਮ ਲੈਣਾ ਹੈ, ਉਹ ਤਾਂ ਇਹ ਜਿਹੜੇ ਅਫਸਰ ਨੇ, ਇਹ ਆਪਾਂ ਇਹਨਾਂ ਨੂੰ ਕਹਿੰਦੇ ਆ ਫੇਸਲੈਸ ਅਫਸਰ ਹੁੰਦੇ ਨੇ। ਫੇਸਲੈਸ ਤੋਂ ਮਤਲਬ ਇਹ ਹੈਗਾ ਕਿ ਜਿਹੜੀ ਜਵਾਬਦੇਹੀ ਹੈਗੀ ਆ 5 ਸਾਲਾਂ ਬਾਅਦ, ਉਹ ਅਫਸਰਾਂ ਦੀ ਨਹੀਂ ਹੈਗੀ। ਅਫਸਰਾਂ ਨੇ ਤਾਂ ਸਾਰੀਆਂ ਸਰਕਾਰਾਂ 'ਚ ਕੰਮ ਕਰਨਾ। ਕੋਈ ਉਹਦੀ ਬਦਲੀ ਹੋ ਸਕਦੀ ਹੈ, ਵੱਧ ਤੋਂ ਵੱਧ ਕਿਸੇ ਨੂੰ ਸੈਂਟਰ 'ਚ ਭੇਜਤਾ, ਵੱਧ ਤੋਂ ਹੋਰ ਕੁਝ ਨਹੀਂ ਹੁੰਦਾ। ਉਹ ਤਾਂ ਉਹ ਫੇਸਲੈਸ ਨੇ। ਫੇਸ ਦਾ ਮਤਲਬ ਇਹ ਹੈਗਾ ਕਿ ਲੋਕਾਂ ਨੂੰ ਜਵਾਬਦੇਹੀ ਜਿਹੜੀ ਹੈਗੀ ਆ, ਉਹ ਜਿਹੜੇ ਆਪਾਂ ਚੁਣੇ ਹੋਏ ਨੁਮਾਇੰਦੇ ਆ, ਹਰ 5 ਸਾਲ ਬਾਅਦ ਜਦੋਂ ਉਹਨਾਂ ਨੇ ਲੋਕਾਂ ਦੇ ਵਿੱਚ ਜਾਣਾ। ਠੀਕ ਹੈ, ਹਾਂ, ਉਹਨਾਂ ਨੇ ਜਾ ਕੇ ਆਪਦਾ ਰਿਪੋਰਟ ਕਾਰਡ ਦੇਣਾ, ਉਹਨਾਂ ਨੇ ਸਾਰਾ ਕੁਝ ਕਰਨਾ। ਤੇ ਜੇ ਇਹਨਾਂ ਤੋਂ ਇਹਨਾਂ ਦੀ ਅਫਸਰ ਹੀ ਨਹੀਂ ਸੰਭਲ ਰਹੇ, ਜਾਂ ਇੰਨਾ ਕੁ, ਹੁਣ ਤੁਸੀਂ ਦੇਖੋ 200 ਬੰਦਾ ਤਾਂ ਪਹਿਲਾਂ ਹਾਈ ਕਮਾਂਡ ਨੂੰ ਜਾ ਕੇ ਮਿਲ ਕੇ ਆਇਆ, ਉਹਨਾਂ ਨੇ ਸਾਰੀਆਂ ਨਾਕਾਮੀਆਂ ਦੱਸਦੀਆਂ। ਕੈਪਟਨ ਸਾਹਿਬ ਦਾ ਆਪਾਂ ਨੂੰ ਪਤਾ ਵੀ ਇਹਨਾਂ 5 ਸਾਲਾਂ ਦੇ ਵਿੱਚ ਨਾ ਉਹ ਘਰੋਂ ਨਿਕਲੇ, ਨਾ ਉਹ ਕਿਸੇ ਨੂੰ ਮਿਲੇ, ਨਾ ਕੋਈ ਕੰਮ ਹੋਇਆ। ਦੇਖੋ, ਕੰਮ ਹੁੰਦੇ ਨੇ ਤੁਹਾਨੂੰ ਜਦੋਂ ਜਿਹੜੇ ਜਰਨੈਲ, ਆਪਾਂ ਇਹਨਾਂ ਨੂੰ ਜਰਨੈਲ ਕਹਿ ਸਕਦੇ, ਇਹ ਤਾਂ ਵੈਸੇ ਵੀ ਐਕਸ-ਫੌਜੀ ਨੇ, ਉਹ ਜਿਹੜੇ ਜਰਨੈਲ ਨੇ ਉਹ ਫਰੰਟ ਤੋਂ ਲੀਡ ਕਰਦੇ ਨੇ, ਉਹ ਪਿੱਛੇ ਬਹਿ ਕੇ ਲੀਡ ਨਹੀਂ ਕਰ ਸਕਦੇ। ਜਿੰਨੀ ਦੇਰ ਮੰਨ ਲਓ ਹੁਣ ਜੇ ਸਰਕਾਰ ਚੱਲ ਰਹੀ ਹੈ, ਸਰਕਾਰ ਦਾ ਕੋਈ ਵੀ ਕਰਿੰਦਾ, ਚਾਹੇ ਕੋਵਿਡ ਸੀ ਜਾਂ ਹੋਰ ਸੀ, ਕੁਝ ਵੀ ਹੈਗਾ, ਜੇ ਕੋਈ ਅੱਗੇ ਆ ਕੇ ਮੂੰਹ ਸਾਹਮਣੇ ਨਹੀਂ ਆਏਗਾ, ਲੋਕਾਂ ਨੂੰ ਗਾਈਡ ਨਹੀਂ ਕਰੇਗਾ, ਮੈਦਾਨ ਦੇ ਵਿੱਚ ਵਿਚਰੇਗਾ ਨਹੀਂ, ਤੇ ਜਿਹੜੇ ਅਫਸਰ ਉਹਨਾਂ ਨੂੰ ਤਨਖਾਹ ਮਿਲੀ ਜਾਂਦੀ ਹੈ, ਉਹਨਾਂ ਨੂੰ ਗਾਂਹ ਪੈਨਸ਼ਨ ਵੀ ਮਿਲ ਜਾਣੀ ਹੈ, ਉਹਨਾਂ ਨੂੰ ਕੀ ਲੋੜ ਹੈ ਬਾਹਰ ਨਿਕਲਣ ਦੀ। ਸਾਡੀ ਜਿਹੜੇ ਲੋਕਾਂ ਦੇ ਨੁਮਾਇੰਦੇ ਨੇ, ਉਹਨਾਂ ਨੇ ਅਫਸਰਾਂ ਨੂੰ ਨਾਲ ਲਾਣਾ ਹੁੰਦਾ ਹੈ, ਅਫਸਰਾਂ ਨੂੰ ਬਾਹਰ ਕੱਢਣਾ ਹੁੰਦਾ ਹੈ। ਉਹ ਅਫਸਰਾਂ ਦੀ ਜਵਾਬਦੇਹੀ ਹੈ ਉਹਨਾਂ ਪ੍ਰਤੀ, ਉਹਨਾਂ ਤੋਂ ਕੰਮ ਲੈਣੇ ਨੇ, ਲੋਕਾਂ ਦੇ ਕੰਮ ਕਰਨੇ ਨੇ। ਇਹ ਜਿਹੜੇ ਲੋਕ ਹੁੰਦੇ ਨੇ, ਇਹ ਲੋਕਾਂ ਦੀ ਆਵਾਜ਼ ਹੈ। ਤੇ ਉਸ ਕਰਕੇ ਜੇ ਇਹ ਪੂਰਾ ਮਤਲਬ ਟੋਟਲ ਫੇਲਿਅਰ ਜਿਹੜਾ ਹੈਗਾ, ਹੁਣ ਤੁਸੀਂ ਇਹ ਦੱਸੋ ਵੀ ਜੇ ਉਹ 3 ਤੋਂ 5 ਰੁਪਏ ਕਹਿੰਦੇ ਮੈਂ ਬਿਜਲੀ ਕਰ ਦੂੰਗਾ ਤੇ ਇੰਨੀ ਮੁਫਤ ਵੀ ਦੇ ਦੂੰਗਾ, ਤੇ ਹੁਣ ਕਿੱਧਰ ਨੂੰ ਗਏ ਨੇ? ਬਿਜਲੀ ਦਾ ਮਹਿਕਮਾ ਤਾਂ ਦਿੱਤਾ ਸੀ ਉਹਨਾਂ ਨੂੰ 2 ਸਾਲ ਪਹਿਲਾਂ, ਤੇ ਹੁਣ ਤੱਕ ਤਾਂ ਬਿਜਲੀ, ਉਹ ਜਿਹੜੇ PPA ਸੀਗੇ ਉਹ ਵੀ ਕੈਂਸਲ ਹੋ ਸਕਦੇ ਸੀ, ਤੇ ਬਿਜਲੀ ਵੀ, ਮੈਨੂੰ ਲੱਗਦਾ ਕਿ ਉਦੋਂ ਬਿਹਤਰ ਤਰੀਕੇ ਦੇ ਨਾਲ ਚੀਜ਼ਾਂ ਹੋ ਸਕਦੀਆਂ ਸੀ ਜੇ ਬਿਜਲੀ ਮਹਿਕਮਾ ਹੀ ਉਹਨਾਂ ਕੋਲ ਹੁੰਦਾ। ਠੀਕ ਹੈ ਚੰਨੀ ਸਾਹਿਬ, ਠੀਕ ਹੈ। ਇੱਕ ਸੈਕਿੰਡ, ਇਹ ਨਾ ਕੋਈ ਹੋਰ ਡਿਜ਼ਾਈਨ ਹੈ
ਜਿਹਦੇ ਤਹਿਤ ਇਹ ਕੰਮ ਹੋ ਰਿਹਾ। ਹੁਣ ਕੀ ਹੋਊਗਾ ਕਿ ਇਹ ਕੈਪਟਨ ਸਾਹਿਬ ਨੂੰ ਬਿਲਕੁਲ ਜ਼ੀਰੋ ਕਰ ਦੇਣਗੇ, ਇੱਕ ਨਵਾਂ ਚਿਹਰਾ ਬਣਾਉਣਗੇ, ਉਹ ਤੋਂ ਨਵੇਂ ਵਾਅਦੇ ਕਰਾਉਣਗੇ ਤੇ ਇੱਕ 5 ਸਾਲਾਂ ਦਾ ਸਮਾਂ ਹੋਰ ਮੰਗਣਗੇ ਵੀ ਹੁਣ ਅਸੀਂ ਕਰਾਂਗੇ, ਪਿਛਲੀ ਵਾਰ ਤਾਂ ਨਹੀਂ ਹੋਇਆ। ਤੇ ਉਧਰੋਂ ਹੁਣ ਜਿਹੜੀ ਆਹ ਰਾਜ ਸਭਾ ਦੇ ਵਿੱਚ ਇੰਨਾ ਕੁਝ ਹੋਇਆ, ਪ੍ਰਤਾਪ ਬਾਜਵਾ ਜੀ ਨੇ ਇੰਨੀ ਬੇਅਦਬੀ ਕੀਤੀ ਹੈ ਉਸ ਸੋ ਕਾਲਡ ਮੰਦਿਰ ਦੀ, ਉਹਦੇ ਵਿੱਚ ਹੁਣ ਉਹਨਾਂ ਨੂੰ ਵੀ ਸ਼ਾਇਦ ਕਹਿੰਦੇ ਵੀ ਉਹ ਵੀ ਕੈਂਡੀਡੇਟ ਬਣ ਰਹੇ ਨੇ। ਸੋ ਇਹ ਤੁਸੀਂ ਸੋਚ ਨਹੀਂ ਸਕਦੇ ਵੀ ਕਾਂਗਰਸ ਚਲੋ ਕਿੱਧਰ ਨੂੰ ਠੀਕ ਹੈ। ਜਾਊਗੀ। ਸੰਧੂ ਸਾਹਿਬ ਤੁਸੀਂ ਸੁਣੀਆਂ ਸਾਰੀਆਂ ਗੱਲਾਂ, ਗਿੱਲ ਸਾਹਿਬ ਦੀ ਵੀ ਸੁਣੀਆਂ, ਚੰਨੀ ਜੀ ਦੀ ਵੀ ਸੁਣੀਆਂ, ਔਰ ਸਵਾਲ ਵੱਡਾ ਉਹੀ ਹੈ। ਇਹ ਨਹੀਂ ਕਿ ਤੁਸੀਂ ਕਾਂਗਰਸ ਦੇ ਹੋ ਤਾਂ ਮੈਨੂੰ ਲੱਗਦਾ ਜਵਾਬ ਤੁਹਾਡੇ ਤੋਂ ਮੰਗਣਾ ਤਾਂ ਤੁਹਾਡੇ ਤੋਂ ਹੀ ਅਸੀਂ ਪੁੱਛਣਾ ਕਿ ਜਿਵੇਂ ਜਿਵੇਂ ਚੀਜ਼ਾਂ ਨੇ ਬਿਜਲੀ ਮੰਤਰਾਲਾ ਉਹਨਾਂ ਨੂੰ ਮਿਲਦਾ ਪਿਆ ਸੀ ਉਦੋਂ ਨਹੀਂ ਲਿੱਤਾ, ਤਾਂ ਹੁਣ ਇਹ ਚੀਜ਼ਾਂ ਕਹਿਣੀਆਂ ਕਿ 3 ਰੁਪਏ ਕਰ ਦਾਂਗੇ, 5 ਰੁਪਏ ਕਰ ਦਾਂਗੇ, ਇੱਦਾਂ ਕਰ ਦਾਂਗੇ, ਉਹ ਚੀਜ਼ ਕਰ ਦਾਂਗੇ, ਤਾਂ ਉਹੀ ਗੱਲ ਹੈ ਕਿ ਸਰਕਾਰ ਤਾਂ ਤੁਹਾਡੀ ਹੈ। ਬਿਲਕੁਲ ਇਹ ਹਾਸੋਹੀਣੀ ਗੱਲ ਲੱਗਦੀ ਹੈ ਕਿ ਅਗਲੇ 5 ਸਾਲ ਦਿਓ ਸਾਨੂੰ, ਅਸੀਂ ਇੱਦਾਂ ਕਰਾਂਗੇ। ਹੁਣ ਵੀ ਸਰਕਾਰ ਤਾਂ ਤੁਹਾਡੀ ਹੈ, ਹੁਣ ਚੀਜ਼ਾਂ ਐਗਜ਼ਾਮਪਲ ਸੈੱਟ ਕਰਕੇ ਦਿਖਾਓ ਤੇ ਤਾਂ ਲੋਕਾਂ ਤੋਂ ਮੈਨੂੰ ਲੱਗਦਾ ਕਿ ਵੋਟਾਂ ਮੰਗਣੀਆਂ ਬਿਹਤਰ ਗੱਲ ਹੈ। ਨਹੀਂ ਗਗਨ ਜੀ, ਅਗਲੇ 5 ਸਾਲ ਸਰਕਾਰ ਦੀ ਗੱਲ ਨਹੀਂ ਕੀਤੀ ਸਰਦਾਰ ਨਵਜੋਤ ਸਿੰਘ ਸਿੱਧੂ ਨੇ, ਹੁਣੇ ਹੀ ਕਿਹਾ। ਨਹੀਂ ਉਹ ਕਹਿੰਦੇ ਨੇ ਕਿ ਜੇਕਰ ਸਰਕਾਰ ਬਣਦੀ ਹੈ ਅਗਲੀ ਵਾਰੀ ਤਾਂ 3 ਰੁਪਏ ਬਿਜਲੀ ਮਿਲੂਗੀ। ਤੁਸੀਂ ਦੇਖੋ ਔਨ ਰਿਕਾਰਡ ਹੈ, ਔਨ ਰਿਕਾਰਡ। ਮੈਂ ਮੰਨ ਗਿਆ, ਪਰ ਜਿਹੜੀ ਉਹਨਾਂ ਨੇ ਗੱਲ ਕੱਲ ਹੀ ਕਹੀ, ਕੱਲ ਸਟੇਟਮੈਂਟ ਉਹਨਾਂ ਦੀ ਚੈੱਕ ਕਰੋ, ਕੱਲ ਉਹਨਾਂ ਨੇ ਇਹੋ ਹੀ ਗੱਲ ਕਹੀ ਵੀ ਜਿਹੜਾ ਨੈਕਸਟ ਸਾਡਾ ਇਜਲਾਸ ਆ ਰਿਹਾ ਉਹਦੇ ਵਿੱਚ ਅਸੀਂ ਇਹ ਪੀਪੀਏ ਜਿਹੜਾ ਕੈਂਸਲ ਕਰਾਂਗੇ, ਜਿਹੜੇ ਨਸ਼ੇ ਦਾ ਜਿਹੜਾ ਕਾਰੋਬਾਰ ਕਰਦੇ ਬੰਦੇ ਉਹਨਾਂ ਨੂੰ ਫੜਿਆ ਜਾਏਗਾ, ਔਰ ਬੇਅਦਬੀ ਦਾ ਮੁੱਦਾ ਜਿੰਨਾ ਚਿਰ ਤੱਕ ਹੱਲ ਨਹੀਂ ਹੋਏਗਾ ਉਹਨਾਂ ਚਿਰ ਤੱਕ ਅਸੀਂ ਹੋਰ ਕੋਈ ਕੰਮ ਨਹੀਂ ਕਰਾਂਗੇ। ਦੇਖੋ ਜਿੰਨੇ ਮੁੱਦੇ 18 ਸੂਤਰੀ ਕਾਰਜਕ੍ਰਮ ਜਿਹੜੇ ਸਿੱਧੂ ਸਾਹਿਬ ਲੈ ਕੇ ਆਏ ਨੇ, ਇਹ ਹਰ ਹਾਲਤ 'ਚ ਹੱਲ ਹੋਣੇ ਨੇ। ਮੈਂ ਤੁਹਾਨੂੰ ਸ਼ੋਰਟੀ ਦੇ ਰਿਹਾ, ਮੈਂ ਵੀ ਸ਼ੋਰਟੀ ਦੇ ਰਿਹਾ। ਦੇਖੋ ਕਿਉਂ, ਮੈਨੂੰ ਆਪ ਲੱਗਦਾ ਤੁਸੀਂ ਇਹ ਨਾ ਸਮਝੋ ਵੀ ਮੈਂ ਕਾਂਗਰਸ ਵੱਲੋਂ ਆ ਤਾਂ ਮੈਂ ਇਹਦੀ ਗੱਲ ਕਰਨੀ ਹੈ। ਕੁਛ ਨਾ ਕੁਛ ਵਧੀਆ ਚੰਗਾ ਹੋਣ ਜਾ ਰਿਹਾ। ਦੇਖੋ ਨਵਜੋਤ ਸਿੰਘ ਸਿੱਧੂ ਦਾ ਵਿਜ਼ਨ ਬੜਾ ਕਲੀਅਰ ਹੈ। ਉਹਨਾਂ ਨੇ ਆਪਣੀ ਹਰ ਤਕਰੀਰ ਦੇ ਵਿੱਚ ਇਹੋ ਹੀ ਗੱਲ ਆਖਿਆ ਵੀ ਸੱਚਾ ਸੁੱਚਾ ਪ੍ਰਸ਼ਾਸਨ ਦੇਵਾਂਗੇ। ਤੁਸੀਂ ਜਿਵੇਂ ਗੱਲ ਕਹੀ ਵੀ ਉਹ ਬਿਜਲੀ ਮੰਤਰੀ ਨਹੀਂ ਸੀ, ਸੰਧੂ ਸਾਹਿਬ ਗੱਲ ਤਾਂ ਉਹੀ ਹੈ ਨਾ, ਦੇਵਾਂਗੇ, ਦੇ ਰਹੇ ਆ, ਦੇਵਾਂਗੇ ਦਾ ਬਹੁਤ ਆ, ਕਿਉਂਕਿ ਸਰਕਾਰ ਹੁਣ ਵੀ ਤੁਹਾਡੀ ਹੈ। ਅਕਾਲੀ ਦਲ ਦੀ ਸਰਕਾਰ ਤਾਂ ਹੈ ਨਹੀਂ, ਨਾ ਆਮ ਆਦਮੀ ਪਾਰਟੀ ਦੀ ਹੈ, ਨਾ ਭਾਜਪਾ ਦੀ ਹੈ। ਗਗਨ ਜੀ ਉਹੀ ਤਾਂ ਤੁਹਾਨੂੰ ਮੈਂ ਗੱਲ ਕਹੀ ਵੀ ਉਹ ਕਹਿੰਦੇ ਆ ਵੀ ਇਹੀ ਜਿਹੜਾ ਨੈਕਸਟ ਸੈਕਸ਼ਨ ਚੱਲਣਾ, ਇਹਦੇ ਵਿੱਚ ਹੀ ਪੀਪੀਏ ਕੈਂਸਲ ਕਰਕੇ ਮਤਲਬ ਜਿਹੜੀ ਲਾਈਟ ਆ ਉਹ ਆਪਾਂ ਨੂੰ ਘੱਟ ਰੇਟ ਤੇ ਦਿੱਤੀ ਜਾਊਗੀ। ਸੰਧੂ ਸਾਹਿਬ ਸਵਾਲ ਵੱਡਾ ਉਹੀ ਹੈ, ਫਿਰ 4.5 ਸਾਲ ਤੋਂ ਉੱਤੇ ਦਾ ਟਾਈਮ ਹੋ ਗਿਆ, ਇਹਦਾ ਮਤਲਬ ਫਿਰ ਪਹਿਲਾਂ ਕਿਸੇ ਨੇ ਕੁਝ ਨਹੀਂ ਕੀਤਾ। ਨਹੀਂ ਇਹ ਨਹੀਂ ਗੱਲ, ਬਹੁਤ ਜ਼ਿਆਦਾ ਤੁਸੀਂ ਜੇ ਮੇਰੇ ਕੋਲ ਡਾਟੇ ਲਓ, ਮੈਂ ਤੁਹਾਨੂੰ ਹਰ ਚੀਜ਼ ਨਾਲ ਡਾਟਾ ਦੇਣ ਨੂੰ ਤਿਆਰ ਹਾਂ। ਨਸ਼ਾ ਤਸਕਰ ਵੀ ਫੜੇ, ਬੜਾ ਕੁਝ ਹੋਇਆ। ਇਹ ਨਹੀਂ ਹੋਇਆ ਵੀ ਜਿਹੜੇ 4.5 ਸਾਲ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋਈ ਜਾਂ ਤੁਹਾਨੂੰ ਸੰਧੂ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਹੋਰੀ ਜਿੱਦਾਂ ਦੇ ਬਿਆਨ ਦਿੰਦੇ ਨੇ ਉਹ ਤੋਂ ਬਿਲਕੁਲ ਇਹੀ ਚੀਜ਼ ਝਲਕਦੀ ਹੈ ਕਿ ਜੋ ਕੁਝ ਹੁਣ ਚੀਜ਼ਾਂ ਪ੍ਰੋਜੈਕਟ ਹੋ ਰਹੀਆਂ ਨੇ ਉਹੀ ਕਰਨਗੇ ਜਾਂ ਕਰ ਰਹੇ ਨੇ, ਜਾਂ ਉਹ ਚਾਹੁੰਦੇ ਨੇ ਕਿ ਇਹ ਚੀਜ਼ਾਂ ਹੁਣ ਪਹਿਲਿਆਂ ਨੇ ਕੁਝ ਵੀ ਨਹੀਂ ਕੀਤਾ? ਉਹ ਤਾਂ ਇਹ ਵੀ ਕਹਿੰਦੇ ਨੇ, ਕਹਿੰਦੇ ਐਮਐਲਏ ਕਰਨਗੇ ਚੀਜ਼ਾਂ, ਜੇ ਕੋਈ ਨਹੀਂ ਕਰੂਗਾ ਤਾਂ ਫਿਰ ਐਮਐਲਏ ਕਰਨਗੇ, ਰਲ ਕੇ ਇਕੱਠੇ ਹੋ ਕੇ ਐਮਐਲਏ ਕਰਨਗੇ। ਇੱਕ ਗੱਲ ਆ ਨਾ, ਜੇ ਕੁਝ ਚੰਗੀ ਚੀਜ਼ ਹੋਣ ਜਾ ਰਹੀ ਆ ਤੇ ਉਹਦੇ ਵਿੱਚ ਵੀ ਵਿਰੋਧੀ ਧਿਰ ਵਾਲੇ ਮਤਲਬ ਨੁਕਸ ਲੱਭਦੇ ਰਹਿੰਦੇ ਨੇ ਵੀ ਇਹ ਚੰਗੀ ਚੀਜ਼ ਕਿਉਂ ਹੋਣ ਜਾ ਰਹੀ ਹੈ। ਜੇ ਕੁਝ ਅੱਛਾ ਹੋ ਰਿਹਾ ਪਿਛਲੇ ਨੂੰ ਆਪਾਂ ਛੱਡ ਕੇ ਨਵੀਂ ਚੀਜ਼ ਜੇ ਕੋਈ ਪ੍ਰੈਜ਼ੀਡੈਂਟ ਆ ਕੇ ਕਰ ਰਿਹਾ ਨਵੀਂ, ਦੇਖੋ ਕਿਸੇ ਪਟੀਆਂ ਰਾਜਨੀਤੀਆਂ ਬੜੇ ਚਿਰ ਤੋਂ ਹੁੰਦੀਆਂ ਆ। ਕਈ ਇਧਰ ਸਾਡੀ ਪਾਰਟੀ ਸੀ, ਇਧਰ ਬੀਜੇਪੀ ਅਕਾਲੀ ਦਲ ਸੀ, ਉਹਨਾਂ ਨੇ ਵੀ ਸਾਰੀ ਰਾਜਨੀਤੀ ਕੀਤੀਆਂ। ਪਰ ਜੇ ਕੁਝ ਨਵਾਂ ਅਧਿਆਏ ਲਿਖ ਰਿਹਾ ਕੋਈ ਬੰਦਾ ਤੇ ਉਹਦੇ ਰਾਹ ਦੇ ਵਿੱਚ ਜਿਹੜੇ ਤੁਹਾਨੂੰ ਰੋੜਿਆ ਨਹੀਂ ਟਿਕਾਉਣੇ। ਅੱਛਾ, ਗਿੱਲ ਸਾਹਿਬ ਕਹਿੰਦੇ ਰੋੜੇ ਟਿਕਾਉਂਦੇ ਆ ਵਿਰੋਧੀ ਧਿਰਾਂ ਜੇ ਨਵਜੋਤ ਸਿੰਘ ਸਿੱਧੂ ਕੁਝ ਵਧੀਆ ਕਰਨ ਜਾ ਰਹੇ ਨੇ, ਪਰ ਮੈਨੂੰ ਲੱਗਦਾ ਕਿ ਅਜੇ ਵਿਦਿਨ ਪਾਰਟੀ ਦੇ ਵਿੱਚ ਹੀ ਆਪਸੀ ਸਹਿਮਤੀਆਂ ਨਹੀਂ ਹੈਗੀਆਂ। ਨਹੀਂ, ਕਿਹੜੇ ਰੌਲੇ ਟਿਕਾਉਂਦੇ ਆ ਜੀ? ਇਹਨਾਂ ਦੇ 10 ਤਰੀਕ ਨੂੰ ਤਾਂ ਕੈਪਟਨ ਸਾਹਿਬ ਸ਼ਿਕਾਇਤਾਂ ਲਾ ਕੇ ਆਉਂਦੇ ਨੇ ਸਿੱਧੂ ਦੀਆਂ ਵੀ ਮੇਰਾ ਜਿਹੜੀ ਸਰਕਾਰ ਆ ਉਹਨੂੰ ਬਦਨਾਮ ਕਰਦੇ ਨੇ, ਮੇਰੀ ਸਰਕਾਰ ਦਾ ਇਮੇਜ ਆ ਉਹਨੂੰ ਡਾਊਨ ਕਰਦੇ ਨੇ। ਸਾਤੋਂ ਕਿਹੜਾ ਸਵਾਲ ਪੁੱਛਦੇ ਨੇ? ਅਸੀਂ ਤਾਂ ਸਵਾਲ ਇਹਨਾਂ ਨੂੰ ਪੁੱਛਦੇ ਆ, ਇਹ ਜਿਹੜੀਆਂ ਇਹਨਾਂ ਨੇ ਸਿੱਧੂ ਸਾਹਿਬ ਦੀ ਗੱਲ ਕੀਤੀ ਹੈ ਪਾਕਿਸਤਾਨ ਵਾਲੀ, ਕਿ ਸਿੱਧੂ ਦੀ ਅਥਾਰਟੀ ਕੀ ਆ ਪਾਕਿਸਤਾਨ ਦੇ ਬਾਰਡਰ ਖਲਵਾਉਣ ਦੀ? ਜੇਕਰ ਅਕਾਲੀ ਬੀਜੇਪੀ ਸਰਕਾਰ ਦਿੱਲੀ ਤੋਂ ਫੈਸਲਾ ਨਾ ਕਰੇ, ਐਕਸਟਰਨਲ ਅਫੇਅਰ ਮਿਨਿਸਟਰੀ ਫੈਸਲਾ ਨਾ ਕਰੇ, ਤਾਂ ਸਿੱਧੂ ਕੀ ਚੀਜ਼ ਆ? ਮੈਂ ਕਹਿੰਦਾ ਜੇਕਰ ਇਹ ਕਹਿੰਦੇ ਆ ਵੀ ਸਾਡੇ ਪੀਪੀਏ ਜਿਹੜੇ ਐਗਰੀਮੈਂਟਸ ਨੇ ਉਹ ਗਲਤ ਸੀਗੇ, ਤਾਂ ਇਹਨਾਂ ਨੂੰ ਕਿਹਨੇ ਮਤਲਬ ਕਿਹਾ ਸੀ ਸਿਆਣੇ ਬੰਦੇ ਨੇ ਕਿ ਤੁਸੀਂ ਜੀ ਬਠਿੰਡੇ ਵਾਲਾ ਥਰਮਲ ਪਲਾਂਟ ਬੰਦ ਕਰ ਦਿਓ ਸਰਕਾਰੀ, ਤਾਂ ਕਿ ਲੱਖਾਂ ਬੰਦਿਆਂ ਦੀ, ਹਜ਼ਾਰਾਂ ਬੰਦਿਆਂ ਦੀ ਤੁਸੀਂ ਰੋਟੀ ਖੋਲੋ, ਨਾਲੇ ਸਸਤੀ ਬਿਜਲੀ ਬੰਦ ਕਰ ਦਿਓ। ਦੱਸਣ ਤੱਕ ਸੰਧੂ ਸਾਹਿਬ ਕਲੀਅਰ ਕਰ ਲਏ ਇਸ ਗੱਲ ਨੂੰ
ਤੇ ਇਹਨਾਂ ਦਾ ਸਿੱਧੂ ਵੀ ਕਲੀਅਰ ਕਰੇ ਇਸ ਗੱਲ ਨੂੰ, ਮਨਪ੍ਰੀਤ ਵੀ ਕਲੀਅਰ ਕਰੇ ਵੀ ਕਿਉਂ ਬੰਦ ਕੀਤਾ, ਉਹ ਕਿਹੜੀ ਗੱਲੋਂ ਬੰਦ ਹੋਇਆ। ਜੇ ਸਸਤੀ ਵੀ ਮਿਲਦੀ ਸੀ ਤਾਂ ਸਸਤੀ ਦਿੰਦੇ। ਉਸ ਤੋਂ ਅੱਗੇ ਇਹਨਾਂ ਨੇ ਇਹਨਾਂ 4.5 ਸਾਲਾਂ ਦੇ ਵਿੱਚ, ਜਦੋਂ ਕਿ ਆਪਾਂ ਨੂੰ ਸਭ ਨੂੰ ਪਤਾ ਕਿ ਪੰਜਾਬ 'ਚ ਹਰ ਸਾਲ 1000 ਮੈਗਾਵਾਟ ਬਿਜਲੀ ਦੀ ਖਪਤ ਵੱਧਦੀ ਆ, 4.5 ਸਾਲਾਂ 'ਚ 4000 ਮੈਗਾਵਾਟ ਬਿਜਲੀ ਦੀ ਖਪਤ ਵੱਧ ਚੁੱਕੀ ਆ ਅੰਦਾਜ਼ਾ। ਇਹਨਾਂ ਨੇ 1 ਵੀ ਮੈਗਾਵਾਟ ਬਿਜਲੀ ਪੈਦਾ ਨਹੀਂ ਕੀਤੀ, ਦੱਸਣ ਜਵਾਬ ਦੇ ਨਾ ਸਿੱਧੂ ਨੇ ਉਹਦੇ ਬਾਰੇ ਗੱਲ ਕੀਤੀ ਆ, ਕੈਪਟਨ ਨੇ ਤਾਂ ਕਰਨੀ ਕੀ ਸੀ। ਇਸ ਕਰਕੇ ਲੋਕਾਂ ਦੇ ਕੰਮ ਨੇ, ਲੋਕਾਂ ਨਾਲ ਕੀਤੇ ਹੋਏ ਵਾਅਦੇ ਨੇ, ਕਿਸੇ ਨੂੰ ਇੱਕ ਵੀ ਪੂਰਾ ਨਹੀਂ ਕੀਤਾ, ਇੱਕ ਨੂੰ ਵੀ। ਇਸ ਲਈ ਜਿਹੜੀ ਹੈਗੀ ਆ ਇਹਨਾਂ ਦੀਆਂ ਗੱਲਾਂ ਤੇ ਇਤਬਾਰ ਕੌਣ ਕਰੂ, ਕਿਉਂਕਿ ਜਿਹੜਾ ਇਹ ਗੇ ਵਰਤਦੇ ਆ, ਇਹ ਗੇ ਦਾ ਤਾਂ ਵਰਤਣ ਜੇਕਰ ਆਪੋਜੀਸ਼ਨ ਚਾਹਣ। ਇਹ ਤਾਂ ਅੱਜ ਗਵਰਨਮੈਂਟ 'ਚ ਨੇ, ਇਹਨਾਂ ਨੂੰ ਰੋਕਦਾ ਕੌਣ ਹੈ? 3 ਰੁਪਏ ਦੇਣ ਤੋਂ ਇਹਨਾਂ ਨੂੰ ਰੋਕਿਆ ਕਿਹਨੇ ਹੋਇਆ? ਇਹ ਕਿਉਂ 10 ਰੁਪਏ 12 ਰੁਪਏ ਲੋਕਾਂ ਤੋਂ ਬਿਜਲੀ ਦੇ ਪੈਸੇ ਲੈਂਦੇ ਨੇ? 3 ਰੁਪਏ ਲੈਣ, ਅੱਜ ਤੋਂ ਹੀ ਕੱਲ ਤੋਂ ਹੀ ਲੈਣ, ਕਿਉਂ ਲੈਂਦੇ ਨੇ? ਇਹਨਾਂ ਗੱਲਾਂ ਦਾ ਕੋਈ ਜਵਾਬ ਨਹੀਂ। ਲੋਕਾਂ ਦੀਆਂ ਵਜੀਫਿਆਂ ਵਾਲੇ ਮੰਤਰੀ ਦਾ ਇਹਨਾਂ ਕੋਲੇ ਕੋਈ ਜਵਾਬ ਨਹੀਂ। ਲੋਕਾਂ ਦੇ ਜਿਹੜੀਆਂ ਲੋਕਾਂ ਨੂੰ ਸਾਲ ਤੋਂ ਸ਼ਗਨ ਸਕੀਮ ਨਹੀਂ ਮਿਲੀ, ਉਹਨਾਂ ਵਾਸਤੇ ਇਹਨਾਂ ਦਾ ਖਜ਼ਾਨਾ ਖਾਲੀ ਹੈ। ਜੇ ਆਪਦੇ ਐਮਐਲਏ ਲਈ ਕੋਈ ਨਵੀਆਂ ਕਾਰਾਂ ਲੈਣੀਆਂ, ਉਹਦੇ ਲਈ ਖਜ਼ਾਨਾ ਭਰਿਆ ਹੋਇਆ। ਠੀਕ ਹੈ, ਜੇਕਰ ਠੀਕ ਹੈ, ਠੀਕ ਹੈ। ਗਿੱਲ ਸਾਹਿਬ, ਆਪਾਂ ਵਾਈਂਡ ਅਪ ਵੀ ਕਰਨਾ। ਇੱਕ ਲਾਸਟ ਕਮੈਂਟ ਆਪਾਂ ਚੰਨੀ ਜੀ ਤੋਂ ਲੈਣੇ। ਚੰਨੀ ਜੀ, ਭਾਜਪਾ ਦੇ ਉੱਤੇ ਵੀ ਬਹੁਤ ਜ਼ਿਆਦਾ ਤਿੱਖੇ ਜਿਹੜੇ ਵਾਰ ਕਰਦੇ ਨੇ ਨਵਜੋਤ ਸਿੰਘ ਸਿੱਧੂ, ਸ਼ਬਦੀ ਵਾਰ ਕਰਦੇ ਨੇ ਖੇਤੀ ਕਾਨੂੰਨਾਂ ਦੇ ਮਸਲੇ ਤੇ। ਅੱਛਾ, ਤੁਸੀਂ ਪਾਰਟੀ ਦਾ ਆਪਣੀ ਦਾ ਕੋਈ ਆਧਾਰ ਮੰਨਦੇ ਹੋ ਹੁਣ ਇਸ ਮਾਹੌਲ ਦੇ ਵਿੱਚ, ਜਿਵੇਂ ਕਾਂਗਰਸ ਦੇ ਵਿੱਚ ਜੋ ਚੀਜ਼ਾਂ ਚੱਲ ਰਹੀਆਂ ਨੇ, ਜਾਂ ਫਿਰ ਆਮ ਆਦਮੀ ਪਾਰਟੀ ਦੇ ਕੋਲ ਅਜੇ ਕੋਈ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ, ਜਾਂ ਅਕਾਲੀ ਦਲ ਦੇ ਉੱਤੇ ਜਿਸ ਤਰ੍ਹਾਂ ਦੇ ਆਰੋਪ ਲੱਗਦੇ ਨੇ, ਲੱਗਦਾ ਕੋਈ ਦਾ ਲੱਗ ਸਕਦਾ ਭਾਜਪਾ ਦਾ? ਪਰ ਹੁਣ ਜਿਹੜਾ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਤਾਂ ਬਿਲਕੁਲ ਕਹਿੰਦੇ ਸਿਫਰ ਤੇ ਲਿਆ ਕੇ ਖੜੀ ਕਰਤੀ ਭਾਜਪਾ। ਗਗਨ ਜੀ, ਗੱਲ ਇੱਕ ਥੋੜੀ ਤਾਂ ਮੈਂ ਪਿਛਲੀ ਗੱਲ ਕੰਪਲੀਟ ਕਰਨੀ ਚਾਹੁੰਦਾ ਹੈ। ਸੰਧੂ ਸਾਹਿਬ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਬੜੇ ਵਿਜ਼ਨ ਵਾਲੇ ਬੰਦੇ ਨੇ, ਤੇ ਜੇ ਚੀਫ ਮਿਨਿਸਟਰ ਇਹੋ ਜਿਹਾ ਬੰਦਾ ਹੈਗਾ ਜਿਹਦੇ ਕੋਲੇ ਵਿਜ਼ਨ ਹੀ ਨਹੀਂ ਹੈਗਾ, ਸਿਰਫ ਚੀਫ ਮਿਨਿਸਟਰ ਕੋਲ ਰੱਖਿਆ ਹੋਇਆ। ਇੱਕ ਮੇਰੇ ਵੀਰ ਨੂੰ ਸ਼ਾਇਦ ਇਹਨਾਂ ਨੂੰ ਪਤਾ ਹੈ ਕਿ ਨਹੀਂ, ਕਿ ਜਿੰਨੀ ਦੇਰ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਹੈ, ਕੋਈ ਵੀ ਏਜੰਡਾ ਆਈਟਮ ਨਾ ਅਪਰੂਵ ਹੁੰਦੀ ਹੈ ਚੀਫ ਮਿਨਿਸਟਰ ਤੋਂ ਬਿਨਾਂ, ਜਿਹੜੀ ਅਸੈਂਬਲੀ 'ਚ ਲਿਜਾਈ ਜਾ ਸਕਦੀ ਹੈ, ਤੇ ਨਾ ਹੀ ਉਹ ਪਾਸ ਹੁੰਦੀ, ਕਿਉਂਕਿ ਹੀ ਇਜ਼ ਦੀ ਲੀਡਰ ਆਫ ਦੀ ਹਾਊਸ। ਇਹ ਤਾਂ ਬਹੁਤ ਹੀ ਹਾਸੋਹੀਣੀ ਜਿਹੜੀ ਕੰਡੀਸ਼ਨ ਹੈਗੀ ਆ, ਉਹ ਇਹਨਾਂ ਨੇ ਇਹੋ ਜਿਹੇ ਪੈਦਾ ਕਰਤੇ ਹਾਲਾਤ ਕਿ ਮਤਲਬ ਸਰਕਾਰ ਕੌਣ ਚਲਾ ਰਿਹਾ? ਸਰਕਾਰ ਚੀਫ ਮਿਨਿਸਟਰ ਨੇ ਚਲਾਣੀ ਹੈ, ਜਿਹੜਾ ਲੀਡਰ ਆਫ ਦਾ ਹਾਊਸ ਹੈ। ਜੇ ਚੀਫ ਮਿਨਿਸਟਰ ਅੱਜ ਰਿਜ਼ਾਈਨ ਕਰੇ ਤੇ ਕਿਸੇ ਮਿਨਿਸਟਰ ਨੂੰ ਰਿਜ਼ਾਈਨ ਕਰਨ ਦੀ ਲੋੜ ਨਹੀਂ ਹੈ, ਉਹ ਸਾਰੀ ਕੈਬਨਿਟ ਦਾ ਰੈਜ਼ਿਗਨੇਸ਼ਨ ਮੰਨਿਆ ਜਾਂਦਾ, ਤੇ ਜੋ ਚਾਹੇ ਤੇ ਸਾਰਾ ਹਾਊਸ ਡਿਸੋਲਵ ਕਰ ਸਕਦਾ। ਤੋ ਇਸ ਕਰਕੇ ਇਹ ਤਾਂ ਬਹੁਤ ਹੀ ਹਾਸੋਹੀਣੀ ਗੱਲ। ਅੱਛਾ, ਹੁਣ ਹੋਰ ਤੁਸੀਂ ਦੇਖੋ, ਚੀਫ ਮਿਨਿਸਟਰ ਨੇ ਜਾ ਕੇ ਰਿਪੋਰਟ ਕਾਰਡ ਦਿੱਤਾ 18 ਪੁਆਇੰਟ ਪ੍ਰੋਗਰਾਮ ਦਾ, ਕਿ ਜੀ 93% ਜਿਹੜੇ ਵਾਅਦੇ ਸੀਗੇ ਉਹ ਪੂਰੇ ਹੋ ਗਏ, ਤੇ ਇਹ ਨਵਜੋਤ ਸਿੰਘ ਇਸੇ ਸਰਕਾਰ ਦੇ ਪਾਰਟੀ ਦੇ ਪ੍ਰਧਾਨ ਨੇ, ਤੇ ਉਹ ਕਹਿਣ ਵੀ ਪੂਰੇ ਹੋ ਗਏ। ਉਹਦਾ ਇੱਕ ਵੀ ਨਹੀਂ ਮੰਨਦੇ ਵੀ ਪੂਰਾ ਹੋਇਆ। ਮਤਲਬ ਇੰਨੀ ਜ਼ਿਆਦਾ ਲੜਾਈ ਕਿਸੇ ਪਾਰਟੀ ਦੇ ਵਿੱਚ ਹੋ ਸਕਦੀ ਹੈ, ਉਹਦੀ ਆਰਗੇਨਾਈਜੇਸ਼ਨ ਤੇ ਗਵਰਨਮੈਂਟ ਦੇ ਵਿੱਚ। ਇਹ ਬਹੁਤ ਮੰਦਭਾਗੀ ਹੈ ਪੰਜਾਬ ਵਾਸਤੇ। ਜਿਹੜੇ ਆਹ 5 ਸਾਲ ਮਿਲੇ ਹੈ, ਇਹ ਤਾਂ ਇਹਨਾਂ ਨੇ ਪਿਛਲਾ ਮੈਨੀਫੈਸਟੋ ਲਾਗੂ ਕਰਨਾ ਹੈ। ਇਹ ਨਵਾਂ ਮੈਨੀਫੈਸਟੋ ਜਦੋਂ ਇਲੈਕਸ਼ਨ ਆਉਣਗੀਆਂ ਉਦੋਂ ਬਣੂਗਾ। ਇਹ ਪੁਰਾਣਾ ਤਾਂ ਲਾਗੂ ਕਰ ਲੈਣ, ਕੋਈ ਚੀਜ਼ ਤਾਂ ਕਰਕੇ ਦਿਖਾਣ ਵੀ ਅਸੀਂ ਕਰਜ਼ਾ ਮਾਫ ਕਰਤਾ, ਅਸੀਂ ਬੇਅਦਬੀ ਦਾ ਕਰਤਾ, ਅਸੀਂ ਘਰ ਘਰ ਨੌਕਰੀ ਦੇਤੀ, ਅਸੀਂ ਹੁਣ ਤੁਸੀਂ ਇਹ ਹੋਰ ਦੇਖ ਲਓ, ਪਤਾ ਨਹੀਂ ਮੈਨੂੰ ਕਹਿਣਾ ਚਾਹੀਦਾ ਕਿ ਨਹੀਂ, ਆਹ ਜਿਹੜੀ ਸ਼ਰਾਬ ਦੀ ਫੈਕਟਰੀ IMFL ਦੀ ਫੜੀ ਸੀਗੀ ਉੱਥੇ ਰਾਜਪੁਰੇ, ਉਹ ਜਲਾਲਪੁਰ ਦੀ ਸੀ, ਤੇ ਜਲਾਲਪੁਰ ਨਵਜੋਤ ਸਿੰਘ ਸਿੱਧੂ ਦਾ ਸਭ ਤੋਂ ਨਜ਼ਦੀਕੀ ਦਾ ਬੰਦਾ। ਇਹ ਤਾਂ ਜਿਹੜਾ ਜੋ ਮਾਫੀਏ ਚੱਲ ਰਹੇ ਸੀ, ਉਹ ਮਾਫੀਆਂ ਤੇ ਦੀ ਪਿੱਟ ਦੇ ਹੁਣ ਵੀ ਹੋ ਰਹੀ ਹੈ, ਸਿੱਧੀ ਹੋ ਰਹੀ ਹੈ ਜਾਂ ਸਿੱਧੀ ਹੋ ਰਹੀ ਹੈ। ਫਿਰ ਇਹ ਖੁੱਲ੍ਹਾ ਚੈਲੰਜ ਹੈ ਚੀਫ ਮਿਨਿਸਟਰ ਵੀ, ਮੇਰੇ ਕੋਲ ਇੰਨੇ MLA ਹੈਗੇ ਨੇ, ਮੇਰਾ ਖਿਆਲ ਉਹਨਾਂ ਨੇ ਇਹਨਾਂ ਨੂੰ ਛੇਤੀ ਲਾਹ ਦੇਣਾ, ਜੋ ਜਾਂ ਹੋਰ ਬਹੁਤ ਕਿਓਸ ਇੱਥੇ ਜਿਹੜਾ ਹੈਗਾ ਕ੍ਰੀਏਟ ਹੋਏਗਾ। ਬਾਕੀ ਜਿਹੜੀ ਗੱਲ ਤੁਸੀਂ BJP ਦਾ ਫਾਰਮ ਲਾਜ਼ ਦੀ ਗੱਲ ਕੀਤੀ ਹੈ, ਮੈਂ ਇਹ ਕਹਿਣਾ ਚਾਹੁੰਦਾ ਕਿ ਦੇਖੋ, ਉਹ ਲਾਜ਼ ਬਣ ਗਏ। ਸਰਕਾਰ ਅਜੇ ਤੱਕ ਪਿਛਲੇ 70 ਸਾਲਾਂ 74 ਸਾਲਾਂ ਦੇ ਵਿੱਚ ਕਿਸੇ ਵੀ ਜਥੇਬੰਦੀ ਨੂੰ, ਕਿਸੇ ਵੀ ਸੈਂਟਰਲ ਗਵਰਨਮੈਂਟ ਨੇ ਇਹ ਨਹੀਂ ਕਿਹਾ, ਅਖਤਿਆਰ ਦਿੱਤਾ ਕਿ ਤੁਸੀਂ ਆਪਦੀ ਕਲਮ ਨਾਲ ਲਿਖ ਲਓ, ਜੋ ਤੁਹਾਡਾ ਨਵਾਂ ਡਰਾਫਟ ਹੈ ਸਾਡੇ ਨਾਲ ਬਹਿ ਕੇ ਗੱਲ ਕਰ ਲਓ। ਸੋ ਆਨਰੇਬਲ ਸੁਪਰੀਮ ਕੋਰਟ ਨੇ ਇਹ ਲਾਜ਼ ਲਾਗੂ ਹੀ ਨਹੀਂ ਹੋਏ ਅਜੇ,
ਉਹਨਾਂ ਨੇ ਰੋਕ ਸੁਪਰੀਮ ਕੋਰਟ ਦੀ ਰੋਕ ਹੂੰ। ਲੱਗੀ ਹੋਈ ਹੈ, ਉਹ ਦੇਖ ਵੀ ਲੈਣਗੇ ਵੀ ਇਹ ਕੰਸਟੀਟਿਊਸ਼ਨਲ ਨੇ ਕਿ ਅਨਕੰਸਟੀਟਿਊਸ਼ਨਲ ਨੇ। ਦੂਸਰਾ ਜਿਹੜਾ ਹੈਗਾ ਕਿ ਜਿਹੜੇ ਇਹ ਲਾਜ਼ ਹੈਗੇ ਨੇ ਉਹ ਕਹਿੰਦੇ, ਸਰਕਾਰ ਕਹਿੰਦੀ ਅਸੀਂ ਵੀ ਹੋਲਡ ਤੇ ਰੱਖ ਲੈਂਦੇ ਆ, ਆਪਾਂ ਕਮੇਟੀ ਬਣਾ ਲੈਂਦੇ ਸਾਂਝੀ ਕਮੇਟੀ ਬਣਾ ਕੇ ਨਵਾਂ ਲਾਅ ਆਪਾਂ ਡਰਾਫਟ ਕਰ ਲੈਂਦੇ ਆ, ਉਹਦੇ ਤੇ ਬਹਿਸ ਕਰਕੇ ਡਿਸਕਸ ਕਰਕੇ ਨਵਾਂ ਲਾਅ ਆਪਾਂ ਬਣਾ ਲੈਂਦੇ ਆ। ਇਦੋਂ ਮਤਲਬ ਹੋਰ ਕੀ ਜਿਹੜੀ ਹੈਗੀ ਹੈ ਕੋਈ ਸਰਕਾਰ ਝੁਕ ਸਕਦੀ ਹੈ ਜਾਂ ਕੋਈ ਆਫਰ ਕਰ ਸਕਦੀ ਹੈ। ਔਰ ਇਹੋ ਜਿਹੇ ਬੰਦੇ ਹੈਗੇ ਨੇ, ਚਾਹੇ ਸ਼ਰਦ ਪਵਾਰ ਜੀ ਨੇ ਜਿਹੜੇ ਇੰਨੇ ਵੱਡੇ ਲੀਡਰ ਨੇ, ਐਗਰੀਕਲਚਰ ਮਿਨਿਸਟਰ ਜਿਹੜੇ ਨੇ, ਜਾਂ ਆਪਣੇ ਤੁਹਾਡੇ ਲੁਧਿਆਣੇ ਦੇ ਨੇ ਡਾਕਟਰ ਜੌਹਲ, ਉਹ ਵੀ ਕਹਿੰਦੇ ਆ ਵੀ ਭਾਈ ਤੁਸੀਂ ਬੈਠ ਕੇ ਗੱਲ ਕਰੋ, ਗਿਵ ਐਂਡ ਟੇਕ ਦੀ ਗੱਲ ਕਰੋ, ਰੀਡਰਾਫਟ ਕਰਾ ਲਓ, ਜੋ ਲਾਗੂ ਤਾਂ ਕੋਈ ਚੀਜ਼ ਹੋਈ ਨਹੀਂ, ਨੁਕਸਾਨ ਤਾਂ ਕੋਈ ਹੋਇਆ ਨਹੀਂ। ਬੇਦੀ ਸਾਹਿਬ ਇੱਕ ਜਿਹੜਾ ਮਿੰਟ, ਮੰਡੀ ਕਹਿੰਦੇ ਸੀ ਬੇਦੀ ਸਾਹਿਬ ਇੱਕ ਮਿੰਟ, ਖਰਾਬ ਹੋਊਗਾ, 1 ਲੱਖ ਕਰੋੜ ਰੁਪਈਆ ਮੰਡੀ ਕਰਨ ਦੀ ਸਟਰੈਂਥਨਿੰਗ ਵਾਸਤੇ। ਚਲੋ ਠੀਕ ਹੈ ਸਾਨੀ ਸਾਹਿਬ, ਠੀਕ ਹੈ ਬੇਦੀ ਸਾਹਿਬ ਠੀਕ ਹੈ। ਹਾਂਜੀ ਗਿੱਲ ਸਾਹਿਬ ਬਹੁਤ ਬਰੀਫ ਦੇ ਵਿੱਚ ਕਰਿਓ ਕੰਪਲੀਟ, ਬਹੁਤ ਬਰੀਫ। ਹਾਂਜੀ ਚੰਨੀ ਸਾਹਿਬ ਕਹਿੰਦੇ ਆ, ਉਹ ਕਹਿੰਦੇ ਆ ਬਈ ਚੰਨੀ ਸਾਹਿਬ ਕਹਿੰਦੇ ਆ ਵੀ ਆਪਦੀ ਕਲਮ ਲੈ ਲੈਣ ਤੇ ਨਵੇਂ ਕਾਨੂੰਨ ਬਣਾ ਲੈਣ। ਜੇ ਨਵੇਂ ਕਾਨੂੰਨ ਬਣਾਉਣੇ ਆ ਤਾਂ ਪੁਰਾਣੇ ਤਾਂ ਰਿਪੀਲ ਕਰਨੇ ਹੀ ਪੈਣਗੇ ਨਾ, ਇਹ ਰਿਪੀਲ ਆਪ ਵਰਤਦੇ ਹੀ ਨਹੀਂ ਆਪਦੇ ਗੱਲ। ਚਲੋ ਠੀਕ ਹੈ। ਹਾਂਜੀ ਸੰਧੂ ਸਾਹਿਬ ਕਰ ਲਓ, ਬਹੁਤ ਛੋਟਾ ਜਿਹਾ ਦੱਸੋ। ਜੀ ਗਗਨ ਜੀ ਮੈਂ ਬਸ ਇੱਕ ਗੱਲ ਕਹਿਣਾ ਚਾਹਾਂਗਾ ਵੀ ਸੱਚ ਸੁਣਨ ਤੋਂ ਪਤਾ ਨਹੀਂ ਕਿਉਂ ਘਬਰਾਉਂਦੇ ਨੇ ਲੋਕ, ਤਾਰੀਫ ਭਾਵੇਂ ਝੂਠੀ ਹੋਵੇ ਸੁਣ ਕੇ ਬੜਾ ਮੁਸਕਰਾਉਂਦੇ ਨੇ ਲੋਕ, ਸੱਚ ਸੁਣਨ ਨੂੰ ਲੋਕ ਤਿਆਰ ਨਹੀਂ। ਦੇਖੋ ਜੀ ਅੱਜ ਸੱਚ ਸੁਣਾ ਰਿਹਾ ਨਾ, ਉਹਨੂੰ ਸੱਚ ਨੂੰ ਸੁਣਨਾ ਚਾਹੀਦਾ, ਸੱਚ ਨੂੰ ਸੁਣਨਾ ਚਾਹੀਦਾ। ਠੀਕ ਹੈ ਸੰਧੂ ਸਾਹਿਬ ਧੰਨਵਾਦ। ਸਾਡੇ ਕੋਲ ਸਮਾਂ ਇੰਨਾ ਹੀ ਆ ਤਾਂ ਬਿਲਕੁਲ ਵਾਈਂਡ ਅਪ ਕਰਨਾ। ਤਾਂ ਸਾਡੇ ਨਾਲ ਨਰਿੰਦਰ ਸਿੰਘ ਸੰਧੂ ਸੀਗੇ ਕਾਂਗਰਸ ਦੇ ਵੱਲੋਂ, ਔਰ SS ਚੰਨੀ ਸੀ ਪੰਜਾਬ ਭਾਜਪਾ ਦੇ ਵੱਲੋਂ, ਤੇ ਨਾਲ ਹੀ ਸੀ ਇਕਬਾਲ ਸਿੰਘ ਗਿੱਲ, ਐਡਵੋਕੇਟ ਇਕਬਾਲ ਸਿੰਘ ਗਿੱਲ ਬੁਲਾਰੇ ਨੇ ਸ਼੍ਰੋਮਣੀ ਅਕਾਲੀ ਦਲ ਤੇ। ਤਾਂ ਗੱਲਬਾਤ ਕੀਤੀ ਹੈ ਨਵਜੋਤ ਸਿੰਘ ਸਿੱਧੂ ਵਰਸਸ ਕੈਪਟਨ ਅਮਰਿੰਦਰ ਸਿੰਘ, ਜਿਹੜਾ ਇੱਕ ਵਾਰ ਦੁਬਾਰ ਤੋਂ ਜਿਹੜਾ ਉਹੀ ਚੈਪਟਰ ਸ਼ੁਰੂ ਹੁੰਦਾ ਨਜ਼ਰ ਆ ਰਿਹਾ, ਤੇ ਇਹਦੇ ਉੱਤੇ ਗੱਲਬਾਤ ਕੀਤੀ ਹੈ। ਇਸ ਵੇਲੇ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਸਰਕਾਰ ਹੈ, ਕਾਂਗਰਸ ਦੀ ਸਰਕਾਰ ਹੈ, ਤਾਂ ਇਸ ਤਰ੍ਹਾਂ ਦੇ ਬਿਆਨ ਦੇਣੇ ਕਿ ਜੇਕਰ ਅਗਲੀ ਵਾਰੀ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਇਸ ਤਰ੍ਹਾਂ ਕਰ ਦਾਂਗੇ, ਹੁਣ ਕਿਉਂ ਨਹੀਂ ਐਗਜ਼ਾਮਪਲ ਸੈੱਟ ਕੀਤੀ ਜਾਂਦੀ। ਤਾਂ ਇਹਦੇ ਉੱਤੇ ਗੱਲਬਾਤ ਕੀਤੀ ਹੈ। ਸਾਰੇ ਮਹਿਮਾਨਾਂ ਦਾ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਆਪਣਾ ਕੀਮਤੀ ਸਮਾਂ ਕੱਢਣ ਦੇ ਲਈ, ਤੇ ਆਸ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਪੇਸ਼ਕਸ਼ ਪਸੰਦ ਆਈ ਹੋਵੇਗੀ। ਧੰਨਵਾਦ।